वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 254। ਭਾਗ 11। ਬੰਗਾਲੀਆਂ ਦੇ ਦੋ ਗਲਤ ਮਸ਼ਵਰੇ ਗਦਰ ਲਹਿਰ ਲਈ ਤਬਾਹਕੁਨ ਸਿੱਧ ਹੋਏ। ਸਚਿੰਦਰ ਨਾਥ ਸਨਿਆਲ ਨੇ ਕਾਸ਼ੀ ਜਾ ਕੇ ਰਾਸ ਬਿਹਾਰੀ ਬੋਸ ਨੂੰ ਪੰਜਾਬੀ ਬਾਰੇ ਸਾਰੀ ਰਿਪੋਰਟ ਦਿੱਤੀ। ਕੁਦਰਤੀ ਉਸੇ ਮੌਕੇ ਕਲਕੱਤੇ ਤੋਂ ਜਤਿੰਦਰ ਨਾਥ ਮੁਖੋਪਾਧਿਆਏ, ਜਿਹੜਾ ਉਸ ਵੇਲੇ ਬੰਗਾਲ ਅੰਦਰ ਇਨਕਲਾਬੀਆਂ ਦਾ ਸਭ ਨਾਲੋਂ ਪ੍ਰਮੁੱਖ ਅਤੇ ਮਕਬੂਲ ਆਗੂ ਸੀ, ਵੀ ਰਾਸ ਬਿਹਾਰੀ ਬੋਸ ਨੂੰ ਮਿਲਣ ਲਈ ਕਾਸ਼ੀ ਆਇਆ ਹੋਇਆ ਸੀ। ਇਹਨਾਂ ਤਿੰਨੋਂ ਬੰਗਾਲੀ ਆਗੂਆਂ ਨੇ ਸਨਿਆਲ ਦੀ ਰਿਪੋਰਟ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ। ਸਨਿਆਲ ਨੇ ਪੰਜਾਬ ਦੇ ਗਦਰੀਆਂ ਨੂੰ ਮਿਲ ਕੇ ਇਹ ਅੰਦਾਜ਼ਾ ਲਾ ਲਿਆ ਸੀ ਕਿ ਉਹਨਾਂ ਨੇ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਅੰਦਰ ਬਗਾਵਤ ਕਰਨ ਲਈ ਲੋੜੀਂਦੀ ਤਾਕਤ ਜੋੜ ਲਈ ਹੋਈ ਸੀ ਅਤੇ ਉਹ ਬਗਾਵਤ ਕਰਨ ਲਈ ਬਹੁਤ ਤੱਦੀ ਦਿਖਾ ਰਹੇ ਸਨ। ਦੋਨੋਂ ਛਾਉਣੀਆਂ ਅੰਦਰ ਉਹਨਾਂ ਦਾ ਆਉਣਾ ਜਾਣਾ ਆਮ ਹੋ ਗਿਆ ਸੀ ਅਤੇ ਦੋਨੋਂ ਥਾਵਾਂ 'ਤੇ ਚੌਖੀ ਸੰਖਿਆ ਵਿੱਚ ਸਿੱਖ ਸਿਪਾਹੀਆਂ ਨੇ ਗਦਰੀਆਂ ਦਾ ਸਾਥ ਦੇਣ ਲਈ ਤਿਆਰੀ ਵੱਟ ਲਈ ਸੀ। ਛਾਉਣੀਆਂ ਉੱਤੋਂ ਬਾਹਰੋਂ ਹਮਲਾ ਕਰਨ ਲਈ ਵੀ ਵੱਡੀ ਗਿਣਤੀ ਵਿੱਚ ਸ਼ੇਰ ਦਿਲ ਸੂਰਮੇ ਕਮਰ ਕੱਸੇ ਕਰੀ ਫਿਰਦੇ ਸਨ ਅਤੇ ਉਹ ਆਗੂਆਂ ਦਾ ਇਸ਼ਾਰਾ ਹੀ ਉਡੀਕ ਰਹੇ ਸਨ। ਜੇਕਰ ਕਮੀ ਸੀ ਤਾਂ ਕੇਵਲ ਹਥਿਆਰਾਂ ਦੀ ਸੀ। ਇਸ ਕਰਕੇ ਪੰਜਾਬ ਦੇ ਗਦਰੀ ਬੰਗਾਲੀਆਂ ਉੱਤੇ ਛੇਤੀ ਹਥਿਆਰ ਦੇਣ ਲਈ ਜ਼ੋਰ ਪਾ ਰਹੇ ਸਨ। ਸਨਿਆਲ ਨੇ ਗਦਰੀ ਆਗੂਆਂ ਨੂੰ ਅਜੇ ਕੁਝ ਸਮੇਂ ਲਈ ਬਗਾਵਤ ਅੱਗੇ ਪਾ ਦੇਣ ਦਾ ਮਸ਼ਵਰਾ ਦਿੱਤਾ ਸੀ। ਉਸ ਦੀ ਦਲੀਲ ਸੀ ਕਿ ਇਕੱਲੇ ਪੰਜਾਬ ਅੰਦਰ ਬਗਾਵਤ ਕਰਨ ਨਾਲੋਂ ਜੇਕਰ ਦੇਸ਼ ਦੇ ਕੁਝ ਹੋਰਨਾਂ ਖੇਤਰਾਂ ਦੀਆਂ ਛਾਉਣੀਆਂ ਵਿੱਚ ਵੀ ਦੇਸੀ ਪਲਟਨਾਂ ਨੂੰ ਬਗਾਵਤ ਕਰਨ ਲਈ ਤਿਆਰ ਕਰ ਲਿਆ ਜਾਵੇ ਤਾਂ ਸਾਰੇ ਦੇਸ਼ ਅੰਦਰ ਇੱਕੋ ਝਟਕੇ ਨਾਲ ਅੰਗਰੇਜ਼ੀ ਰਾਜ ਦਾ ਫਸਤਾ ਵੱਢਣਾ ਸੁਖਾਲਾ ਹੋ ਜਾਵੇਗਾ। ਗਦਰੀਆਂ ਨੂੰ ਉਸ ਦੀ ਇਹ ਦਲੀਲ ਤਾਂ ਕੁਝ ਹੱਦ ਤੱਕ ਠੀਕ ਅਤੇ ਲੁਭਾਉਣੀ ਲੱਗੀ, ਪਰ ਉਹਨਾਂ ਨੂੰ ਇਹ ਫਿਕਰ ਵੱਢ ਖਾ ਰਿਹਾ ਸੀ ਕਿ ਅੰਗਰੇਜ਼ ਸਰਕਾਰ ਵੱਲੋਂ 23ਵੇਂ ਰਸਾਲੇ ਨੂੰ, ਜਿਸ ਨੇ ਬਗਾਵਤ ਦੀ ਮੁੱਖ ਟੇਕ ਬਣਨਾ ਸੀ, ਕਿਸੇ ਵੇਲੇ ਵੀ ਯੂਰਪ ਦੇ ਮੋਰਚਿਆਂ 'ਤੇ ਭੇਜਣ ਦਾ ਹੁਕਮ ਜਾਰੀ ਹੋ ਸਕਦਾ ਸੀ। ਇਸ ਨਾਲ ਉਹਨਾਂ ਦੇ ਸਾਰੇ ਕੀਤੇ ਕਿਰਾਏ 'ਤੇ ਪਾਣੀ ਫਿਰ ਜਾਣਾ ਸੀ। ਇਸ ਤੋਂ ਇਲਾਵਾ ਇੱਕ ਹੋਰ ਅਮਲੀ ਸਮੱਸਿਆ ਇਹ ਸੀ ਕਿ ਜਿਹੜੇ ਗਦਰੀ ਬਾਹਰੋਂ ਆਏ ਸਨ, ਉਹਨਾਂ ਵਿੱਚੋਂ ਥੋੜ੍ਹੇ ਜਿਹੇ ਹੀ ਅਜਿਹੇ ਸਨ ਜਿਹੜੇ ਫੌਜਾਂ ਅਤੇ ਆਮ ਲੋਕਾਂ ਅੰਦਰ ਪ੍ਰਚਾਰ ਕਰਨ ਜਾਂ ਜਥੇਬੰਦਕ ਕਾਰਜ ਨਿਪਟਾਉਣ ਵਿੱਚ ਰੁੱਝੇ ਹੋਏ ਸਨ। ਬਾਕੀ ਦੇ ਗਦਰੀ, ਜਿਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਸੀ, ਵਿਹਲੇ ਰਹਿ ਕੇ ਉਕਤਾ ਗਏ ਸਨ। ਉਹ ਆਗੂਆਂ ਦੇ ਸੁਨੇਹੇ 'ਤੇ ਕਦੇ ਇੱਕ ਜਗ੍ਹਾ ਅਤੇ ਕਿਸੇ ਦੂਜੀ ਜਗ੍ਹਾ ਇਕੱਠੇ ਤਾਂ ਹੋ ਜਾਂਦੇ ਸਨ, ਪਰ ਹਰ ਵਾਰ ਬਿਨਾਂ ਕੋਈ ਠੋਸ ਕੰਮ ਕੀਤਿਆਂ ਉਹ ਮੁੜ ਖਿੰਡ ਜਾਂਦੇ ਸਨ। ਗਦਰ ਕਰਨ ਤੋਂ ਬਿਨਾਂ ਉਹਨਾਂ ਦਾ ਪਿੰਡਾਂ ਅੰਦਰ ਹੋਰ ਕੋਈ ਰੁਝੇਵਾਂ ਨਹੀਂ ਸੀ। ਉਹਨਾਂ ਦੀ ਮਾਨਸਿਕ ਅਵਸਥਾ ਪ੍ਰਾਹੁਣਿਆਂ ਵਾਲੀ ਬਣ ਗਈ ਸੀ, ਜਿਨ੍ਹਾਂ ਨੂੰ ਇੱਕ ਸਮੇਂ ਤੋਂ ਬਾਅਦ ਵੇਹਲ ਚੁੱਭਣ ਲੱਗ ਜਾਂਦੀ ਹੈ। ਇਸ ਹਾਲਤ ਦੇ ਹੋਰ ਜ਼ਿਆਦਾ ਲਮਕ ਜਾਣ ਨਾਲ ਉਹਨਾਂ ਅੰਦਰ ਉਪਰਾਮਤਾ ਪੈਦਾ ਹੋ ਸਕਦੀ ਸੀ। ਉਹਨਾਂ ਦਾ ਜੋਸ਼ ਢੈਲਾ ਪੈ ਸਕਦਾ ਸੀ ਅਤੇ ਹੌਲੀ-ਹੌਲੀ ਨਿਰਾਸ਼ਾ ਆ ਸਕਦੀ ਸੀ। ਇਸ ਕਰਕੇ ਗਦਰੀ ਆਗੂਆਂ ਦੇ ਮਨਾਂ ਉੱਤੇ ਹੋਰ ਜ਼ਿਆਦਾ ਦੇਰ ਨਾ ਕਰਨ ਦਾ ਇੱਕ ਇਹ ਵੀ ਦਬਾਅ ਬਣਿਆ ਹੋਇਆ ਸੀ। ਪਰ ਬੰਗਾਲੀ ਆਗੂਆਂ ਦੀ ਸੋਚ ਅਜੇ ਕਿਸੇ ਹੋਰ ਬਿੰਦੂ ਉੱਤੇ ਅਟਕੀ ਹੋਈ ਸੀ। ਆਮ ਧਾਰਨਾ ਦੇ ਉਲਟ ਉਸ ਵੇਲੇ ਬੰਗਾਲ ਰਾਜਸੀ ਸੋਝੀ ਦੇ ਲਿਹਾਜ਼ ਨਾਲ ਪੰਜਾਬ ਨਾਲੋਂ ਬਹੁਤ ਪਿੱਛੇ ਸੀ। ਸਨਿਆਲ ਨੇ ਆਪਣੀ ਸਵੈ ਜੀਵਨੀ ਅੰਦਰ ਇਹ ਸੱਚਾਈ ਨਿਝੱਕ ਮੰਨੀ ਹੈ ਕਿ ਬੰਗਾਲ ਦੀ ਅਨਪੜ੍ਹ ਜਨਤਾ ਉਸ ਸਮੇਂ ਰਾਜਸੀ ਸੋਝੀ ਪੱਖੋਂ ਪੰਜਾਬ ਦੇ ਸੰਯੁਕਤ ਪ੍ਰਦੇਸ਼ ਯੂਪੀ ਦੀ ਅਨਪੜ੍ਹ ਜਨਤਾ ਨਾਲੋਂ ਬਹੁਤ ਪਛੜੀ ਹੋਈ ਸੀ। ਇਵੇਂ ਹੀ ਫੌਜਾਂ ਅੰਦਰ ਇਨਕਲਾਬੀ ਪ੍ਰਚਾਰ ਪੱਖੋਂ ਵੀ ਬੰਗਾਲ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦਾ ਸੀ, ਜਿਸ ਦਾ ਭਾਵ ਇਹ ਕਿ ਬੰਗਾਲ ਅਜੇ ਅੰਗਰੇਜ਼ ਹਕੂਮਤ ਦੇ ਖਿਲਾਫ ਫੈਸਲਾਕੁਨ ਜੰਗ ਛੇੜਨ ਦੇ ਨੇੜੇ ਤੇੜੇ ਵੀ ਨਹੀਂ ਸੀ ਪੁੱਜਾ। ਇਹ ਗੱਲ ਬੰਗਾਲੀ ਆਗੂਆਂ ਅੰਦਰ ਨਮੋਸ਼ੀ ਪੈਦਾ ਕਰਦੀ ਸੀ। ਇਸ ਗੱਲ ਨੂੰ ਸਮਝਣ ਲਈ ਬੰਗਾਲੀ ਮਾਨਸਿਕਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।
ਬੰਗਾਲੀਆਂ ਬਾਰੇ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਉਹ ਆਪਣੇ ਆਪ ਨੂੰ ਭਾਰਤ ਦੀਆਂ ਦੂਸਰੀਆਂ ਜਾਤੀਆਂ ਨਾਲੋਂ ਉੱਤਮ ਸਮਝਦੇ ਹਨ। ਸ਼ਾਇਦ ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਭਾਰਤੀ ਉਪ ਮਹਾਦੀਪਾਂ ਦੇ ਦੂਸਰੇ ਖੇਤਰਾਂ ਨਾਲੋਂ ਬੰਗਾਲ ਅੰਦਰ ਬਹੁਤ ਚਿਰ ਪਹਿਲਾਂ ਬਸਤੀਵਾਦੀ ਰਾਜ ਦੀ ਸਥਾਪਨਾ ਹੋ ਜਾਣ ਕਰਕੇ ਬੰਗਾਲੀ ਹਿੰਦੂ ਉੱਚ ਜਾਤੀਆਂ ਦੇ ਲੋਕ ਵਿੱਦਿਆ ਦੇ ਮਾਮਲੇ ਵਿੱਚ ਦੂਸਰਿਆਂ ਨਾਲੋਂ ਬਹੁਤ ਅੱਗੇ ਲੰਘ ਗਏ ਸਨ, ਜਿਵੇਂ ਹਥਲੀ ਕਿਤਾਬ ਦੇ ਦੂਜੇ ਕਾਂਡ ਵਿੱਚ ਦਰਸਾਇਆ ਗਿਆ ਹੈ। ਇਸ ਨਾਲ ਉਹਨਾਂ ਅੰਦਰ ਉੱਤਮਤਾ ਦਾ ਅਜਿਹਾ ਭਾਵ ਪੈਦਾ ਹੋ ਗਿਆ ਸੀ ਕਿ ਉਹ ਆਪਣੇ ਆਪ ਨੂੰ ਭਾਰਤ ਦੇ ਸਮੁੱਚੇ ਲੋਕਾਂ ਦੇ ਕੁਦਰਤੀ ਆਗੂ ਸਮਝਣ ਲੱਗ ਪਏ ਸਨ। ਕੁਝ ਪ੍ਰਤੱਖ ਕਾਰਨਾਂ ਕਰਕੇ ਉਹ ਭਾਰਤ ਅੰਦਰ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਬਾਨੀ ਅਤੇ ਮੋਹਰੈਲ ਬਣੇ। ਸੁਭਾਵਿਕ ਕਿ ਰਾਸ਼ਟਰਵਾਦੀ ਲਹਿਰ ਦਾ ਆਗਾਜ਼ ਵੀ ਬੰਗਾਲ ਤੋਂ ਹੀ ਹੋਇਆ ਅਤੇ ਜੁਝਾਰੂ ਰਾਸ਼ਟਰਵਾਦ ਦਾ ਵਰਤਾਰਾ ਵੀ ਬੰਗਾਲ ਅੰਦਰ ਹੀ ਪਣਪਿਆ ਅਤੇ ਵਧਿਆ ਫੁੱਲਿਆ। ਇਸ ਕਰਕੇ ਬੰਗਾਲੀ ਇਨਕਲਾਬੀਆਂ ਨੂੰ ਅੰਗਰੇਜ਼ ਸਰਕਾਰ ਦੇ ਖਿਲਾਫ ਹਥਿਆਰਬੰਦ ਜੰਗ ਵਿੱਚ ਫਾਡੀ ਰਹਿ ਜਾਣਾ ਕਿਵੇਂ ਬਰਦਾਸ਼ਤ ਹੋ ਸਕਦਾ ਸੀ। ਉਹ ਪੰਜਾਬ ਤੋਂ ਜੇਕਰ ਮੂਹਰੇ ਨਹੀਂ ਹੋ ਸਕਦੇ ਸਨ ਤਾਂ ਘੱਟ ਘੱਟ ਇਸ ਦੇ ਬਰਾਬਰ ਦੇ ਭਾਈਵਾਲ ਜ਼ਰੂਰ ਬਣਨਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੇ ਪੰਜਾਬ ਦੇ ਗਦਰੀਆਂ ਉੱਤੇ ਉਨਾ ਚਿਰ ਬਗਾਵਤ ਨਾ ਛੇੜਨ ਲਈ ਜ਼ੋਰ ਪਾਇਆ ਸੀ ਜਿੰਨਾ ਚਿਰ ਬੰਗਾਲ ਅੰਦਰ ਵੀ ਲੋੜੀਂਦੀ ਤਿਆਰੀ ਨਹੀਂ ਸੀ ਹੋ ਜਾਂਦੀ। ਸਚਿੰਦਰ ਨਾਥ ਸਨਿਆਲ ਨੇ ਕਾਸ਼ੀ ਵਿਖੇ ਬੰਗਾਲੀ ਆਗੂਆਂ ਵਿਚਕਾਰ ਹੋਈ ਵਿਚਾਰ ਚਰਚਾ ਦਾ ਜਿਹੜਾ ਵਰਣਨ ਕੀਤਾ ਹੈ, ਉਸ ਤੋਂ ਉਪਰੋਕਤ ਨਿਰਣੇ ਦੀ ਸਾਫ਼ ਪੁਸ਼ਟੀ ਹੁੰਦੀ ਹੈ। ਇਸ ਮਨੋਵਿਗਿਆਨਕ ਤੱਥ ਦੇ ਨਾਲ ਹੀ ਬੰਗਾਲੀਆਂ ਵੱਲੋਂ ਪੰਜਾਬ ਦੇ ਗਦਰੀਆਂ ਨੂੰ ਕਾਹਲੀ ਨਾ ਕਰਨ ਦੀ ਦਿੱਤੀ ਗਈ ਨਸੀਹਤ ਦਾ ਇੱਕ ਸਿਧਾਂਤਕ ਆਧਾਰ ਵੀ ਸੀ, ਜਿਹੜਾ ਕਿ ਜ਼ਿਆਦਾ ਮਹੱਤਵਪੂਰਨ ਹੈ। ਬੰਗਾਲੀ ਹਿੰਦੂ ਕ੍ਰਾਂਤੀਕਾਰੀਆਂ ਦੀ ਕਲਪਨਾ ਵਿੱਚ ਭਾਰਤ ਅਖੰਡ ਸੀ। ਜਿਵੇਂ ਦੂਜੇ ਕਾਂਡ ਵਿੱਚ ਜ਼ਿਕਰ ਹੋ ਚੁੱਕਾ ਹੈ, ਭਾਰਤ ਦੀਆਂ ਹਿੰਦੂ ਉੱਚ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਇਸ ਅਖੰਡ ਭਾਰਤ ਦੇ ਕੁਦਰਤੀ ਆਗੂ ਸਮਝਦੇ ਸਨ। ਉਹਨਾਂ ਦੇ ਦਿਲਾਂ ਅੰਦਰ ਇਸ ਅਖੰਡ ਭਾਰਤ ਦੇ ਹਾਕਮ ਬਣਨ ਦੀ ਸਦਰ ਮਚਲ ਰਹੀ ਸੀ, ਜਿਸ ਕਰਕੇ ਬੰਗਾਲੀ ਕ੍ਰਾਂਤੀਕਾਰੀ ਭਾਰਤ ਦੇ ਕਿਸੇ ਕੱਲੇ ਦੁਕੱਲੇ ਖੰਡ ਨੂੰ ਆਜ਼ਾਦ ਕਰਾਉਣ ਦੀ ਸੋਚ ਨਹੀਂ ਰੱਖਦੇ ਸਨ। ਉਹ ਆਪਣੇ ਵਰਗ ਸਵਾਰਥ ਅਧੀਨ ਇਸ ਦੇ ਸਾਲਮ ਵਜੂਦ ਨੂੰ ਆਜ਼ਾਦ ਕਰਾਉਣ ਦੀ ਧਾਰਨਾ ਅਤੇ ਇੱਛਾ ਰੱਖਦੇ ਸਨ। ਪਰ ਹਿੰਦੂ ਸਵਰਨ ਜਾਤੀਆਂ ਦੀ ਭਾਰਤ ਬਾਰੇ ਕਲਪਨਾ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੀ ਸੀ। ਅਸਲੀਅਤ ਇਹ ਸੀ ਕਿ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਭਾਰਤ ਇਤਿਹਾਸ ਵਿੱਚ ਕਦੇ ਵੀ ਇਸ ਕਦਰ ਇਕਜੁੱਟ ਨਹੀਂ ਰਿਹਾ ਸੀ। ਇਸ ਦੇ ਅੱਡ-ਅੱਡ ਖੇਤਰਾਂ ਅੰਦਰ ਅੱਡ-ਅੱਡ ਰਾਜਸ਼ਾਹੀਆਂ ਪ੍ਰਚਲਿਤ ਰਹੀਆਂ ਸਨ। ਅੰਗਰੇਜ਼ਾਂ ਨੇ ਵੀ ਇਸ ਨੂੰ ਇੱਕ ਲੰਮੇ ਅਤੇ ਲਮਕਵੇਂ ਇਤਿਹਾਸ ਅਮਲ ਦੌਰਾਨ ਹੀ ਇਕਜੁੱਟ ਕੀਤਾ ਸੀ। ਇਸ ਕ੍ਰਮ ਵਿੱਚ ਭਾਰਤ ਦਾ ਨੰਬਰ ਸਭ ਤੋਂ ਪਛੜ ਕੇ ਆਇਆ ਸੀ। ਭਾਰਤ ਨੂੰ ਇੱਕ ਜੁੱਟ ਰਾਜਸੀ ਇਕਾਈ ਬਣਾਉਣ ਦੀ ਇਸ ਉਗੜੀ ਦੁਗੜੀ ਪ੍ਰਕਿਰਿਆ ਦੇ ਫਲਸਰੂਪ ਇਸ ਦੇ ਅੱਡ-ਅੱਡ ਖੇਤਰਾਂ ਦੇ ਲੋਕਾਂ ਦੀ ਰਾਜਸੀ ਚੇਤਨਾ ਵੀ ਉਗੜੀ ਦੁਗੜੀ ਸੀ। ਕਿਸੇ ਖੇਤਰ ਦੇ ਲੋਕਾਂ ਵਿੱਚ ਆਜ਼ਾਦੀ ਦਾ ਜਜ਼ਬਾ ਅਤੇ ਰੀਝ ਜ਼ਿਆਦਾ ਅਤੇ ਬੇਹੱਦ ਘੱਟ ਸੀ। ਇਸ ਕਰਕੇ ਸਾਰੇ ਦੇਸ਼ ਨੂੰ ਇੱਕੋ ਵੇਲੇ ਆਜ਼ਾਦ ਕਰਾਉਣ ਦੀ ਧਾਰਨਾ ਅੰਤਰਮੁਖੀ ਸੀ, ਜਿਸ ਦਾ ਬਾਹਰਮੁਖੀ ਹਕੀਕਤ ਨਾਲ ਕੋਈ ਮੇਲ ਨਹੀਂ ਸੀ। ਬੰਗਾਲੀ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਤਾਂ ਸੀ, ਪਰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਬੰਧਨਾਂ ਕਰਕੇ ਉਹ ਅੰਤਰਮੁਖਤਾ ਤੋਂ ਖਹਿੜਾ ਨਹੀਂ ਛੁਡਾ ਸਕਦੇ ਸਨ। ਉਹਨਾਂ ਦੇ ਮਨਾਂ ਅੰਦਰ ਇਹ ਲੁਕਵਾਂ ਡਰ ਵਸਿਆ ਹੋਇਆ ਸੀ ਕਿ ਜੇਕਰ ਪੰਜਾਬ ਦੇ ਸਿੱਖ ਅਗੇਤਰੀ ਬਗਾਵਤ ਕਰਕੇ ਪੰਜਾਬ ਵਿੱਚੋਂ ਅੰਗਰੇਜ਼ੀ ਰਾਜ ਦੀਆਂ ਨੀਹਾਂ ਉਖਾੜ ਦੇਣ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਅੰਦਰ ਆਪਣਾ ਖੁੱਸਿਆ ਰਾਜ ਮੁੜ ਕਾਇਮ ਕਰਨ ਦੀ ਅਮੋੜ ਰੀਝ ਪੈਦਾ ਹੋ ਸਕਦੀ ਸੀ। ਕਿਉਂਕਿ ਸਨਿਆਲ ਕੋਲੋਂ ਸਿੱਖਾਂ ਦੀ ਇਹ ਰੀਝ ਗੁੱਝੀ ਨਹੀਂ ਸੀ। ਉਸ ਨੇ ਸਾਫ਼ ਲਿਖਿਆ ਹੈ ਕਿ ਪੰਜਾਬ ਦੇ ਸਿੱਖਾਂ ਵਿੱਚੋਂ ਅਨੇਕਾਂ ਦੀ ਇੱਛਾ ਸੀ ਕਿ ਪੰਜਾਬ ਵਿੱਚ ਖਾਲਸਾ ਰਾਜ ਫਿਰ ਤੋਂ ਸਥਾਪਿਤ ਕੀਤਾ ਜਾਵੇ। ਗਦਰੀਆਂ ਉੱਤੇ ਚੱਲੇ ਮੁਕੱਦਮਿਆਂ ਦੌਰਾਨ ਕੁਝ ਗਵਾਹਾਂ ਨੇ ਅਦਾਲਤ ਅੰਦਰ ਗਵਾਹੀ ਦਿੰਦਿਆਂ ਦੱਸਿਆ ਸੀ ਕਿ ਗਦਰੀ ਵਰਕਰਾਂ ਵੱਲੋਂ ਪਿੰਡਾਂ ਅੰਦਰ ਪ੍ਰਚਾਰ ਦੌਰਾਨ ਸਿੱਖ ਰਾਜ ਕਾਇਮ ਕਰਨ ਦੀਆਂ ਗੱਲਾਂ ਆਮ ਕੀਤੀਆਂ ਜਾਂਦੀਆਂ ਸਨ। ਸਿੱਖਾਂ ਅੰਦਰ ਆਪਣਾ ਆਜ਼ਾਦ ਰਾਜ ਸਿਰਜਣ ਦੀ ਉਮੰਗ ਤੋਂ ਸਨਿਆਲ ਨੂੰ ਕਿੰਨਾ ਡਰ ਲੱਗਦਾ ਸੀ, ਇਸ ਦੀ ਝਲਕ ਉਸ ਦੇ ਹੇਠ ਲਿਖੇ ਕਥਨ ਤੋਂ ਮਿਲਦੀ ਹੈ। ਸਿੱਖ ਕੌਮ ਵਿੱਚ ਬਹੁਤਿਆਂ ਦਾ ਵਿਸ਼ਵਾਸ ਹੈ ਕਿ ਜੇਕਰ ਉਹ ਲੋੜੀਂਦੀ ਸ਼ਕਤੀ ਅਤੇ ਸਮਰੱਥਾ ਪੈਦਾ ਕਰ ਲੈਣ ਤਾਂ ਉਹ ਭਾਰਤ ਵਿੱਚ ਆਪਣਾ ਸਾਮਰਾਜ ਖੜਾ ਕਰ ਸਕਦੇ ਹਨ। ਜੋ ਕੁਝ ਵੀ ਹੈ ਉਹ ਸਾਮਰਾਜ ਖੜਾ ਕਰਨ ਜਾਂ ਨਾ, ਭਵਿੱਖ ਵਿੱਚ ਜੇਕਰ ਉਹਨਾਂ ਵਿੱਚ ਲੋੜੀਂਦੀ
ਸਿੱਖਿਆ ਦਾ ਪ੍ਰਚਾਰ ਨਹੀਂ ਹੁੰਦਾ ਤਾਂ ਭਾਰਤ ਦੇ ਭਾਗਾਂ ਵਿੱਚ ਬਹੁਤ ਦੁੱਖ ਲਿਖੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਸੋ ਅਸੀਂ ਵੇਖਦੇ ਹਾਂ ਕਿ ਸਚਿੰਦਰ ਨਾਥ ਸਨਿਆਲ ਸਿੱਖਾਂ ਦੇ ਮਨਾਂ ਵਿੱਚੋਂ ਆਪਣਾ ਆਜ਼ਾਦ ਰਾਜ ਕਾਇਮ ਕਰਨ ਦੀ ਖਾਹਿਸ਼ ਨੂੰ ਖਤਮ ਕਰਨ ਲਈ ਉਹਨਾਂ ਵਿੱਚ ਲੋੜੀਂਦੀ ਸਿੱਖਿਆ ਦਾ ਪ੍ਰਚਾਰ ਕਰਨ ਦੀ ਸਿਫਾਰਿਸ਼ ਕਰਦਾ ਹੈ। ਜਦੋਂ ਕੋਈ ਵਰਗ ਕਿਸੇ ਦੂਸਰੇ ਵਰਗ ਨੂੰ ਸਿੱਖਿਆ ਦੇਣ ਦਾ ਕਾਰਜ ਮਿਥਦਾ ਹੈ ਤਾਂ ਇਸ ਵਿੱਚੋਂ ਉਸ ਵਰਗ ਅੰਦਰ ਆਪਣੇ ਆਪ ਨੂੰ ਦੂਸਰੇ ਨਾਲੋਂ ਉੱਤਮ ਸਮਝਣ ਦੀ ਧਾਰਨਾ ਸਵੈ ਸਪਸ਼ਟ ਹੋ ਜਾਂਦੀ ਹੈ। ਉਹ ਦੂਸਰੇ ਨੂੰ ਆਪਣੇ ਮੁਤਾਬਕ ਢਾਲਣ ਦੀ ਇੱਛਾ ਪ੍ਰਗਟ ਕਰ ਰਿਹਾ ਹੁੰਦਾ ਹੈ। ਇਸ ਵਿੱਚੋਂ ਦੂਸਰੇ ਉੱਤੇ ਆਪਣਾ ਗਲਬਾ ਪਾਉਣ ਦੀ ਬਿਰਤੀ ਪ੍ਰਗਟ ਹੁੰਦੀ ਹੈ। ਹਿੰਦੂ ਉੱਚ ਜਾਤੀ ਵਰਗ ਅੰਦਰ ਇਹ ਬਿਰਤੀ ਜਨਮਜਾਤ ਹੈ। ਇਸ ਰੌਸ਼ਨੀ ਵਿੱਚ ਭਾਰਤ ਦੇ ਉੱਚ ਜਾਤੀ ਹਿੰਦੂ ਹਾਕਮਾਂ ਵੱਲੋਂ ਸਿੱਖਾਂ ਅੰਦਰ ਕੀਤੇ ਜਾ ਰਹੇ ਸਿੱਖਿਆ ਦੇ ਪ੍ਰਚਾਰ ਦੇ ਮੰਤਵ ਅਤੇ ਖਾਸੇ ਨੂੰ ਬੁੱਝਣਾ ਜ਼ਿਆਦਾ ਔਖਾ ਨਹੀਂ ਹੈ। ਸਚਿੰਦਰ ਨਾਥ ਸਨਿਆਲ ਦੇ ਡਰ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਨੂੰ ਸਿੱਖਾਂ ਦੀ ਇੱਕ ਰੀਝ ਦੇ ਨਾਲ ਹੀ ਉਹਨਾਂ ਦੀ ਸਮਰੱਥਾ ਬਾਰੇ ਵੀ ਕੋਈ ਸ਼ੱਕ ਨਹੀਂ ਸੀ। ਉਸ ਨੇ ਭਾਰਤ ਦੀਆਂ ਅਨੇਕਾਂ ਕੌਮਾਂ ਨਾਲ ਮਿਲ ਜੁਲ ਕੇ ਇਹ ਜਾਣ ਲਿਆ ਸੀ ਕਿ ਸਿੱਖਾਂ ਵਾਂਗ ਮਜ਼ਬੂਤ, ਸਮਰੱਥ ਅਤੇ ਭਾਵੁਕ ਕੌਮ ਭਾਰਤ ਵਿੱਚ ਹੋਰ ਕੋਈ ਨਹੀਂ। ਉਸ ਨੇ ਸਾਫ਼ ਲਿਖਿਆ ਹੈ, ਮੇਰੀ ਸਮਝ ਨਾਲ ਤਾਂ ਸਿੱਖ ਭਾਰਤ ਦੀ ਇੱਕ ਵਿਲੱਖਣ ਅਤੇ ਲਸਾਨੀ ਕੌਮ ਏ। ਇਸ ਕਰਕੇ ਬੰਗਾਲੀਆਂ ਦੇ ਸਿੱਖਾਂ ਬਾਰੇ ਸ਼ੰਕੇ ਨਿਰਮੂਲ ਨਹੀਂ ਸਨ। ਉਹਨਾਂ ਨੂੰ ਇਸ ਗੱਲ ਦਾ ਹਕੀਕੀ ਡਰ ਸੀ ਕਿ ਜੇਕਰ ਸਿੱਖਾਂ ਨੇ ਪੰਜਾਬ ਅੰਦਰ ਆਪਣੇ ਸੁਤੰਤਰ ਰਾਜ ਦਾ ਝੰਡਾ ਝੁਲਾ ਦਿੱਤਾ ਤਾਂ ਇਸ ਨਾਲ ਭਾਰਤ ਦੇ ਅਖੰਡ ਹੋਣ ਦੀ ਧਾਰਨਾ ਚਕਨਾਚੂਰ ਹੋ ਜਾਣੀ ਸੀ ਅਤੇ ਇਸ ਦੇ ਨਾਲ ਹੀ ਹਿੰਦੂ ਉੱਚ ਜਾਤੀ ਵਰਗਾਂ ਦਾ ਅਖੰਡ ਭਾਰਤ ਦੇ ਹਾਕਮ ਬਣਨ ਦਾ ਸੁਪਨਾ ਵੀ ਖੇਰੂ ਖੇਰੂ ਹੋ ਜਾਣਾ ਸੀ। ਇਸ ਮੰਦਹੋਣੀ ਤੋਂ ਉਹਨਾਂ ਨੂੰ ਅੰਗਰੇਜ਼ ਹਾਕਮਾਂ ਨਾਲੋਂ ਵੀ ਵੱਧ ਡਰ ਲੱਗਦਾ ਸੀ। ਸਨਿਆਲ ਦੀ ਹੇਠਾਂ ਦਿੱਤੀ ਟੁਕ ਤੋਂ ਉਸ ਦਾ ਇਹ ਡਰ ਸਾਫ਼ ਝਲਕਦਾ ਹੈ। ਉਸ ਨੇ ਕਾਸ਼ੀ ਵਿਖੇ ਪੰਜਾਬ ਬਾਰੇ ਹੋਈ ਸੋਚ ਵਿਚਾਰ ਦਾ ਵਰਣਨ ਕਰਦਿਆਂ ਲਿਖਿਆ ਕਿ ਪੰਜਾਬ ਦੇ ਸਿਪਾਹੀ ਇਸ ਸਮੇਂ ਕੁਝ ਕਰ ਵਿਖਾਉਣ ਲਈ ਇੰਜ ਇਤਾਵਲੇ ਹੋ ਗਏ ਹਨ ਕਿ ਉਹਨਾਂ ਨੂੰ ਹੁਣ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਰੱਖਿਆ ਜਾ ਸਕਦਾ। ਮੈਂ ਨਹੀਂ ਕਹਿ ਸਕਦਾ ਕਿ ਇਸ ਤਰ੍ਹਾਂ ਉਹਨਾਂ ਨੂੰ ਸੰਜਮ ਵਿੱਚ ਰੱਖਣਾ ਚੰਗਾ ਹੋਇਆ ਜਾਂ ਮਾੜਾ, ਕਿਉਂਕਿ ਜੇਕਰ ਸਾਡੀ ਕੋਈ ਰੋਕ ਟੋਕ ਨਾ ਰਹਿੰਦੀ ਤਾਂ ਪੰਜਾਬ ਵਿੱਚ ਜ਼ਰੂਰ ਹੀ ਕੋਈ ਭਿਅੰਕਰ ਘਟਨਾ ਹੋ ਜਾਂਦੀ। ਕੌਣ ਕਹਿ ਸਕਦਾ ਏ ਕਿ ਉਹਦਾ ਨਤੀਜਾ ਕੀ ਅਤੇ ਕਿੱਦਾਂ ਦਾ ਹੁੰਦਾ। ਅਸੀਂ ਲੋਕਾਂ ਨੇ ਉਹਨਾਂ ਦੀ ਜਲਦਬਾਜ਼ੀ ਨੂੰ ਇਸ ਲਈ ਰੋਕਿਆ ਸੀ ਕਿ ਸਾਰਾ ਦੇਸ਼ ਇੱਕ ਮੱਤ ਨਾਲ ਕ੍ਰਾਂਤੀ ਦੇ ਤਾਂਡਵ ਵਿੱਚ ਸ਼ਾਮਿਲ ਹੋ ਜਾਏ। ਬਗਾਵਤ ਨੂੰ ਪਿੱਛੇ ਪਾਉਣ ਦੀ ਸਭ ਨਾਲੋਂ ਵੱਧ ਜ਼ੋਰਦਾਰ ਵਕਾਲਤ ਜਤਿੰਦਰ ਨਾਥ ਮੁਖੋਪਾਧਿਆਏ ਨੇ ਕੀਤੀ ਸੀ। ਉਸ ਦੀ ਸਮੁੱਚੀ ਸੋਚਣੀ ਬੰਗਾਲ ਕੇਂਦਰਿਤ ਸੀ, ਜਦ ਕਿ ਸਨਿਆਲ ਅਤੇ ਰਾਸ ਬਿਹਾਰੀ ਬੋਸ ਬੰਗਾਲ ਤੋਂ ਬਾਹਰ ਸਰਗਰਮ ਹੋਣ ਕਰਕੇ ਕ੍ਰਾਂਤੀ ਦੇ ਮਸਲੇ ਨੂੰ ਵੱਧ ਵਿਸ਼ਾਲ ਘੇਰੇ ਵਿੱਚ ਰੱਖ ਕੇ ਵੇਖਣ ਦੇ ਆਦੀ ਹੋ ਗਏ ਸਨ। ਉਹਨਾਂ ਨੂੰ ਪੰਜਾਬ ਦੀ ਹਾਲਤ ਦਾ ਵੱਧ ਪਤਾ ਸੀ। ਉਹ ਪੰਜਾਬ ਦੇ ਗਦਰੀਆਂ ਨੂੰ ਮਿਲ ਕੇ ਅਤੇ ਉਹਨਾਂ ਦੀਆਂ ਤਿਆਰੀਆਂ ਦੇ ਪੱਧਰ ਨੂੰ ਵੇਖ ਕੇ ਇਹ ਗੱਲ ਚੰਗੀ ਤਰ੍ਹਾਂ ਭਾਂਪ ਗਏ ਸਨ ਕਿ ਉਹਨਾਂ ਨੂੰ ਜ਼ਿਆਦਾ ਸਮੇਂ ਤੱਕ ਰੋਕ ਸਕਣਾ ਸੰਭਵ ਨਹੀਂ ਸੀ। ਨਾਲ ਹੀ ਉਹਨਾਂ ਦੇ ਆਪਣੇ ਇਨਕਲਾਬੀ ਹਿਰਦੇ ਵੀ ਪੰਜਾਬ ਅੰਦਰ ਕ੍ਰਾਂਤੀ ਦੀਆਂ ਤਿਆਰੀਆਂ ਤੋਂ ਇੰਨੇ ਉਤਸ਼ਾਹਿਤ ਹੋ ਗਏ ਸਨ ਕਿ ਉਹ ਆਪ ਵੀ ਜੱਕੋ ਤੱਕੀ ਵਿੱਚ ਪੈ ਗਏ ਸਨ। ਇਸ ਕਰਕੇ ਉਹਨਾਂ ਨੇ ਜਤਿੰਦਰ ਨਾਥ ਦੀ ਪੰਜਾਬ ਅੰਦਰ ਬਗਾਵਤ ਨੂੰ ਪਿੱਛੇ ਪਾਉਣ ਦੀ ਸਿਫਾਰਿਸ਼ ਅੱਧ-ਪਚੱਧੇ ਰੂਪ ਵਿੱਚ ਪ੍ਰਵਾਨ ਕੀਤੀ ਸੀ। ਸਨਿਆਲ ਨੇ ਆਪਣੇ ਮਨ ਦੀ ਦੁਵਿਧਾ ਇਸ ਤਰ੍ਹਾਂ ਦਰਸਾਈ ਹੈ। ਜਤਿੰਦਰ ਬਾਬੂ ਦੀ ਬੇਨਤੀ ਸੀ ਕਿ ਇਸ ਕ੍ਰਾਂਤੀ ਲਈ ਨਿਸ਼ਚਿਤ ਦਿਨ ਇੰਨਾ ਕੁ ਪਿੱਛੇ ਕਰ ਦਿੱਤਾ ਜਾਵੇ ਕਿ ਬੰਗਾਲ ਵਿੱਚ ਪਹੁੰਚਣ ਅਤੇ ਉਹਨਾਂ ਨੂੰ ਘੱਟੋ ਘੱਟ 2 ਮਹੀਨੇ ਦਾ ਸਮਾਂ ਮਿਲ ਜਾਏ ਅਤੇ ਇਸ ਸਮੇਂ ਦੌਰਾਨ ਉਹ ਕੁਝ ਰੁਪਏ ਪੈਸੇ ਵੀ ਜਮ੍ਹਾਂ ਕਰ ਸਕਣ। ਉਹਨਾਂ ਵਾਰ-ਵਾਰ ਕਿਹਾ ਕਿ ਹੱਥ ਵਿੱਚ ਕਾਫੀ ਰੁਪਏ ਪੈਸੇ ਲਏ ਬਿਨਾਂ ਇਸ ਕੰਮ ਵਿੱਚ ਹੱਥ ਪਾਉਣਾ ਠੀਕ ਨਹੀਂ ਹੈ, ਪਰ ਉਹਨਾਂ ਦੀ ਇਸ ਕਾਫੀ ਦੀ ਧਾਰਨਾ ਦੀ ਸੀਮਾ ਬੜੀ ਲੰਮੀ ਚੌੜੀ ਸੀ। ਓਨੀ ਵੱਡੀ ਰਕਮ ਦਾ ਇੰਨੇ ਥੋੜ੍ਹੇ ਸਮੇਂ ਵਿੱਚ ਸੰਗ੍ਰਹਿ ਕਰਨਾ ਵੀ ਬਹੁਤ ਔਖਾ ਕਾਰਜ ਸੀ। ਅਖੀਰ ਇਸ ਗੱਲ ਨੂੰ ਵੀ ਜਤਿੰਦਰ ਬਾਬੂ ਨੇ ਸਮਝ ਲਿਆ ਸੀ। ਉਸ ਸਮੇਂ ਪੰਜਾਬ ਦੇ ਸਿਪਾਹੀ ਬਹੁਤ ਕਾਹਲੇ ਪੈ ਗਏ ਸਨ। ਇਹਦਾ ਇੱਕ ਕਾਰਨ ਇਹ ਕਿ ਅਨਿਸ਼ਚਿਤਤਾ ਦੀ ਸਥਿਤੀ ਸੀ ਕਿ ਪਤਾ ਨਹੀਂ ਕਦੋਂ ਉਹਨਾਂ ਨੂੰ ਪੱਛਮੀ ਮੋਰਚੇ 'ਤੇ ਭੇਜ ਦਿੱਤਾ ਜਾਵੇ। ਇਹ ਤੋਂ ਇਲਾਵਾ ਭਾਰਤ ਦੇ ਵੱਖੋ ਵੱਖਰੇ ਸੈਨਿਕ ਦਲਾਂ ਨੂੰ ਵੀ ਲਗਾਤਾਰ ਇੱਕ ਪਾਸੇ ਤੋਂ ਦੂਜੇ ਪਾਸੇ ਬਦਲ ਦਿੱਤਾ ਜਾਂਦਾ ਸੀ।
ਇਸ ਲਈ ਢੁਕਵੀਂ ਜਗ੍ਹਾ 'ਤੇ ਨਾ ਰਹਿਣ ਦੇਣ ਜਾਂ ਦੂਰ ਦੱਖਣ ਦੀ ਕਿਸੇ ਛਾਉਣੀ ਵਿੱਚ ਭੇਜ ਦਿੱਤੇ ਜਾਣ ਅਤੇ ਉਹਨਾਂ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਜਾਣਾ ਸੀ। ਇਹਨਾਂ ਕਾਰਨਾਂ ਕਰਕੇ ਅਸੀਂ ਜਤਿੰਦਰ ਬਾਬੂ ਦੇ ਅਨੁਰੋਧ ਨੂੰ ਮੰਨ ਨਾ ਸਕੇ। ਅਸੀਂ ਵੀ ਥੋੜ੍ਹੇ ਉਤਾਵਲੇ ਹੋ ਗਏ ਸੀ ਕਿ ਅਜਿਹਾ ਵਧੀਆ ਮੌਕਾ ਕਿਸੇ ਕਾਰਨ ਕਰਕੇ ਹੱਥੋਂ ਨਾ ਨਿਕਲ ਜਾਏ। ਇਸੇ ਕਰਕੇ ਇੱਕ ਪਾਸੇ ਤਾਂ ਅਸੀਂ ਪੰਜਾਬ ਦੇ ਸਿਪਾਹੀਆਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਦੂਜੇ ਪਾਸੇ ਅਜਿਹੀ ਤਿਆਰੀ ਵਿੱਚ ਲੱਗੇ ਹੋਏ ਸੀ ਜਿਸ ਨਾਲ ਦੇਸ਼ ਭਰ ਵਿੱਚ ਇੱਕਜਾਨ ਹੋ ਕੇ ਕੁਝ ਕਰ ਦਿਖਾਇਆ ਜਾ ਸਕੇ। ਉਸਨੇ ਆਪਣੀ ਸੈਨਿਕ ਰਣਨੀਤੀ ਦਾ ਖੁਲਾਸਾ ਕਰਦਿਆਂ ਲਿਖਿਆ ਹੈ, ਅਸੀਂ ਚਾਹੁੰਦੇ ਸੀ ਕਿ ਇੱਕ ਦਿਨ ਅਚਾਨਕ ਉੱਤਰੀ ਭਾਰਤ ਦੀਆਂ ਛਾਉਣੀਆਂ ਵਿੱਚ ਤਮਾਮ ਅੰਗਰੇਜ਼ੀ ਫੌਜੀਆਂ ਉੱਤੇ ਇੱਕ ਹੀ ਦਿਨ ਅਤੇ ਠੀਕ ਇੱਕ ਹੀ ਸਮੇਂ ਇੱਕਦਮ ਹਮਲਾ ਕਰ ਦਿੱਤਾ ਜਾਵੇ ਅਤੇ ਉਸ ਰੌਲੇ ਗੌਲੇ ਦੇ ਸਮੇਂ ਜਿਹੜੇ ਲੋਕ ਸਾਡੀ ਸ਼ਰਨ ਵਿੱਚ ਆਉਣ ਉਹਨਾਂ ਨੂੰ ਕੈਦ ਕਰ ਲਿਆ ਜਾਵੇ। ਵਿਦਰੋਹ ਰਾਤ ਦੇ ਸਮੇਂ ਸ਼ੁਰੂ ਕੀਤਾ ਜਾਏ ਅਤੇ ਉਸੇ ਸਮੇਂ ਸ਼ਹਿਰ ਦੇ ਤਾਰ ਆਦਿ ਕੱਟ ਕੇ ਅੰਗਰੇਜ਼ ਵਲੰਟੀਅਰਾਂ ਅਤੇ ਪ੍ਰਮੁੱਖ ਲੋਕਾਂ ਨੂੰ ਕੈਦ ਕਰ ਲਿਆ ਜਾਵੇ ਅਤੇ ਖਜ਼ਾਨਾ ਲੁੱਟ ਕੇ ਕੈਦੀ ਜੇਲ੍ਹ ਤੋਂ ਰਿਹਾ ਕਰ ਦਿੱਤੇ ਜਾਣ। ਇਸ ਤੋਂ ਬਾਅਦ ਉਸ ਸ਼ਹਿਰ ਦਾ ਪ੍ਰਬੰਧ ਕਿਸੇ ਚੁਣੇ ਹੋਏ ਯੋਗ ਵਿਅਕਤੀ ਨੂੰ ਦੇ ਕੇ ਸਾਰੇ ਕ੍ਰਾਂਤੀਕਾਰੀਆਂ ਦੇ ਦਲ ਪੰਜਾਬ ਵਿੱਚ ਜਾ ਕੇ ਇਕੱਠੇ ਹੋਣ। ਅਸੀਂ ਲੋਕ ਇਹ ਸੋਚ ਕੇ ਨਹੀਂ ਬੈਠੇ ਸੀ ਕਿ ਗਦਰ ਮਚਣ ਤੇ ਅੰਤ ਤੱਕ ਅੰਗਰੇਜ਼ਾਂ ਨਾਲ ਯੁੱਧ ਵਿੱਚ ਅਸੀਂ ਜੇਤੂ ਹੁੰਦੇ ਜਾਵਾਂਗੇ, ਪਰੰਤੂ ਸਾਨੂੰ ਇਹ ਪੱਕਾ ਭਰੋਸਾ ਸੀ ਕਿ ਇਸ ਤਰੀਕੇ ਨਾਲ ਇੱਕ ਵਾਰ ਗਦਰ ਮਚਦਿਆਂ ਹੀ ਇੱਕ ਅਜਿਹੀ ਅੰਤਰਰਾਸ਼ਟਰੀ ਵਿਚਿੱਤਰ ਸਥਿਤੀ ਪੈਦਾ ਹੋ ਜਾਵੇਗੀ ਕਿ ਜੇਕਰ ਅਸੀਂ ਘੱਟੋ ਘੱਟ 1 ਸਾਲ ਤੱਕ ਇਸ ਯੁੱਧ ਨੂੰ ਠੀਕ ਢੰਗ ਨਾਲ ਜਾਰੀ ਰੱਖ ਸਕੇ ਤਾਂ ਵੱਖੋ ਵੱਖਰੇ ਦੇਸ਼ਾਂ ਦੀ ਆਪਸੀ ਦੁਸ਼ਮਣੀ ਦੇ ਫਲਸਰੂਪ ਅਤੇ ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਨਾਲ ਦੇਸ਼ ਨੂੰ ਆਜ਼ਾਦ ਕਰ ਲੈਣਾ ਸਾਡੇ ਲਈ ਜ਼ਿਆਦਾ ਕਠਿਨ ਹੋਣ 'ਤੇ ਵੀ ਅਸੰਭਵ ਨਹੀਂ ਹੋਵੇਗਾ। ਇਸ ਤਰੀਕੇ ਨਾਲ ਬੰਗਾਲੀ ਆਗੂਆਂ ਨੇ ਸਾਰੇ ਦੇਸ਼ ਅੰਦਰ ਇਕੱਠੀ ਬਗਾਵਤ ਕਰਨ ਦੀ ਮਨ ਲੁਭਾਉਣੀ ਦਲੀਲ ਦੇ ਕੇ ਪੰਜਾਬ ਦੇ ਗਦਰੀਆਂ ਨੂੰ ਬਗਾਵਤ ਪਿੱਛੇ ਪਾਉਣ ਲਈ ਰਾਜੀ ਕਰ ਲਿਆ ਸੀ। ਪਰ ਜਿਹੜੀ ਗੱਲ ਦੇ ਨਤੀਜੇ ਇਸ ਨਾਲੋਂ ਵੀ ਜ਼ਿਆਦਾ ਤਬਾਹਕੁੰਨ ਸਾਬਿਤ ਹੋਏ ਉਹ ਇਹ ਸੀ ਕਿ ਬੰਗਾਲੀਆਂ ਨੇ ਮੁੱਖ ਰੂਪ ਵਿੱਚ ਆਪਣੀ ਮਾਇਕ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਗਦਰੀਆਂ ਨੂੰ ਡਾਕੇ ਮਾਰਨ ਲਈ ਮਨਾ ਲਿਆ ਸੀ, ਜਾਂ ਵੱਧ ਠੀਕ ਕਹਿਣਾ ਹੋਵੇ ਤਾਂ ਵਰਗਲਾ ਲਿਆ ਸੀ। ਜਿਵੇਂ ਪਿੱਛੇ ਕਾਂਡ ਵਿੱਚ ਦਰਸਾਇਆ ਗਿਆ ਹੈ, ਪਹਿਲਾਂ ਜਦੋਂ ਗਦਰ ਪਾਰਟੀ ਦੇ ਕੁਝ ਵਰਕਰਾਂ ਅੰਦਰ ਡਾਕੇ ਮਾਰਨ ਦਾ ਵਿਚਾਰ ਪੈਦਾ ਹੋਇਆ ਸੀ ਤਾਂ ਇਸ ਨੂੰ ਦ੍ਰਿੜਤਾ ਨਾਲ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਬੰਗਾਲੀਆਂ ਦੇ ਦਖਲ ਅਤੇ ਪ੍ਰਭਾਵ ਹੇਠ ਗਦਰੀਆਂ ਦਾ ਇੱਕ ਵਰਗ ਆਪਣੇ ਪੂਰਵ ਝੁਕਾਵਾਂ ਕਰਕੇ ਇਸ ਤਜਵੀਜ਼ ਉੱਤੇ ਅਮਲ ਕਰਨ ਲਈ ਉਤਾਵਲਾ ਹੋ ਗਿਆ ਸੀ। ਪਹਿਲਾਂ ਵਾਂਗੂ ਇਸ ਵਾਰ ਵੀ ਕਰਤਾਰ ਸਿੰਘ ਸਰਾਭਾ ਇਸ ਤਜਵੀਜ਼ ਦੀ ਪੁਰਜ਼ੋਰ ਵਕਾਲਤ ਕਰਨ ਵਾਲਿਆਂ ਦਾ ਮੋਹਰੀ ਸੀ, ਪਰ ਇਸ ਵਾਰੀ ਉਹ ਇਕੱਲਾ ਨਹੀਂ ਸੀ। ਭਾਈ ਗਾਦਾ ਸਿੰਘ, ਸੁਰ ਸਿੰਘ ਪਿੰਡ ਦੇ ਭਾਈ ਜਗਤ ਸਿੰਘ ਅਤੇ ਪ੍ਰੇਮ ਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਅਰਜਨ ਸਿੰਘ ਖਖਰਾਣਾ, ਭਾਈ ਗੁਰਮੁਖ ਸਿੰਘ ਲਲਤੋਂ, ਪੰਡਿਤ ਰਾਮ ਰੱਖਾ ਅਤੇ ਭਾਈ ਵਰਿਆਮ ਸਿੰਘ ਆਦਿ ਨਾਮਵਰ ਗਦਰੀਆਂ ਨੇ ਉਸ ਦਾ ਗਰਮਜੋਸ਼ੀ ਨਾਲ ਸਾਥ ਦਿੱਤਾ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਗਦਰ ਪਾਰਟੀ ਕੋਲੋਂ ਹੋਈ ਇਸ ਗਲਤੀ ਲਈ ਬੰਗਾਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਕਿਹਾ ਸੀ, ਭਾਵੇਂ ਡਾਕੇ ਮਾਰਨਾ ਗਦਰ ਪਾਰਟੀ ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ, ਪਰ ਕਰਤਾਰ ਸਿੰਘ ਅਤੇ ਹੋਰ ਲੋਕ ਦੇਸ਼ ਦੇ ਹਾਲਤ ਵੇਖ ਕੇ ਡਾਕੇ ਮਾਰਨ ਵਿੱਚ ਜੁਟ ਗਏ ਸਨ। ਬਹੁਤ ਸਾਰੇ ਨੌਜਵਾਨ ਇਸ ਖਿਆਲ ਨਾਲ ਡਾਕਿਆਂ ਵਿੱਚ ਸ਼ਾਮਿਲ ਹੋ ਗਏ ਸਨ ਕਿ ਜੇਕਰ ਮੁਲਕ ਦੀ ਆਜ਼ਾਦੀ ਲਈ ਕਿਸੇ ਹੋਰ ਜ਼ਰੀਏ ਨਾਲ ਧਨ ਪ੍ਰਾਪਤ ਨਹੀਂ ਹੁੰਦਾ ਤਾਂ ਡਾਕੇ ਮਾਰਨਾ ਕੋਈ ਪਾਪ ਨਹੀਂ ਹੈ। ਇਹ ਸੋਚ ਬੁਨਿਆਦੀ ਤੌਰ 'ਤੇ ਬੰਗਾਲ ਦੀ ਟੈਰਰਿਸਟ ਪਾਰਟੀ ਦੀ ਹੀ ਸੀ, ਜਿਸ ਦਾ ਅਸਰ ਗਦਰ ਪਾਰਟੀ ਦੇ ਕਈ ਮੈਂਬਰਾਂ ਉੱਤੇ ਪਿਆ। ਇਸ ਗਲਤ ਪਾਲਿਸੀ ਦੇ ਨਤੀਜੇ ਕਰਕੇ ਹੀ ਅੰਗਰੇਜ਼ੀ ਸਰਕਾਰ ਨੂੰ ਆਮ ਲੋਕਾਂ ਅੱਗੇ ਗਦਰ ਪਾਰਟੀ ਨੂੰ ਬਦਨਾਮ ਕਰਨ ਦਾ ਮੌਕਾ ਮਿਲਿਆ। ਇੱਕ ਹੋਰ ਥਾਂ ਬਾਬਾ ਭਕਨਾ ਨੇ ਇਹ ਸਪਸ਼ਟ ਕਿਹਾ ਹੈ ਕਿ ਗਦਰ ਪਾਰਟੀ ਬੰਗਾਲੀਆਂ ਦੀ ਡਾਕੇ ਮਾਰਨ ਦੀ ਨੀਤੀ ਨੂੰ ਗਲਤ ਸਮਝਦੀ ਸੀ। ਉਹਨਾਂ ਅਨੁਸਾਰ ਸਾਡੇ ਸਾਥੀਆਂ ਨੇ ਜੋ ਡਾਕੇ ਮਾਰਨ ਦੀ ਭੁੱਲ ਕੀਤੀ, ਜਿਨ੍ਹਾਂ ਦੇ ਕਾਰਨ ਪੁਲਿਸ ਨੂੰ ਸਾਡੇ ਬਣਾਉਣ ਭਾਵ ਕਾਨੂੰਨ ਦੇ ਸ਼ਿਕੰਜੇ ਵਿੱਚ ਕੱਸਣ ਵਿੱਚ ਬਹੁਤ ਸਫਲਤਾ ਹੋਈ। ਕੀ ਉਹ ਹਿੰਦੀ ਐਸੋਸੀਏਸ਼ਨ ਗਦਰ ਪਾਰਟੀ ਦੀ ਸਿੱਖਿਆ ਸੀ? ਮੈਂ ਦਾਅਵੇ ਨਾਲ ਕਹਿ ਸਕਦਾ ਹਾਂ, ਬਿਲਕੁਲ ਨਹੀਂ। ਹਿੰਦੀ ਐਸੋਸੀਏਸ਼ਨ
ਬੰਗਾਲੀ ਦੇਸ਼ ਭਗਤਾਂ ਦੀ ਉਸ ਪਾਲਿਸੀ ਨੂੰ ਜੋ ਕਦੇ-ਕਦਾਈਂ ਪਰਜਾ ਪਰ ਡਾਕੇ ਮਾਰ ਕੇ ਰੁਪਇਆ ਹਾਸਿਲ ਕਰਨ ਲਈ ਵਰਤਦੇ ਸਨ, ਸਦਾ ਬੁਰਾ ਸਮਝਦੀ ਸੀ। ਹਾਂ, ਗਦਰ ਅਖਬਾਰ ਵਿੱਚ ਜੇਕਰ ਇਸ ਢੰਗ ਨਾਲ ਰੁਪਇਆ ਪ੍ਰਾਪਤ ਕਰਨ ਲਈ ਇਸ਼ਾਰਾ ਵੀ ਕੀਤਾ ਜਾਂਦਾ ਸੀ ਤਾਂ ਇਸ ਸੂਰਤ ਵਿੱਚ ਕਿ ਗੌਰਮੈਂਟ ਦੇ ਖਜ਼ਾਨਿਆਂ ਪਰ ਛਾਪਾ ਮਾਰ ਕੇ ਰੁਪਇਆ ਹਾਸਲ ਕਰੋ, ਜਿਹਾ ਕਿ ਪੈਸਾ ਲੁੱਟ ਫਰੰਗੀ ਦਾ ਕੰਮ ਕਰਨਾ ਸਿੱਧੀ ਗੱਲ ਹੈ ਕਾਰ ਵਪਾਰ ਵਾਲੀ। ਨਹੀਂ ਤਾਂ ਪਰਜਾ ਪਰ ਡਾਕਾ ਮਾਰਨ ਦੀ ਪ੍ਰੇਰਨਾ ਗਦਰ ਅਖਬਾਰ ਨੇ ਕਦੀ ਨਹੀਂ ਕੀਤੀ ਅਤੇ ਨਾ ਹੀ ਹਿੰਦੀ ਐਸੋਸੀਏਸ਼ਨ ਦੇ ਕਿਸੇ ਜ਼ਿੰਮੇਦਾਰ ਲੀਡਰ ਨੇ ਹੀ ਕਦੀ ਜ਼ਬਾਨੀ ਪ੍ਰਚਾਰ ਕੀਤਾ। ਇੱਥੇ ਨਾਲ ਹੀ ਬਾਬਾ ਸੋਹਣ ਸਿੰਘ ਭਕਨਾ ਨੇ ਇਹਨਾਂ ਡਾਕਿਆਂ ਵਿੱਚ ਸੂਈਆ ਪੁਲਿਸ ਦਾ ਹੱਥ ਹੋਣ ਦਾ ਵੇਰਵਾ ਪਾਇਆ ਹੈ। ਇਸ ਦੇ ਲਈ ਉਹਨਾਂ ਮੁੱਖ ਤੌਰ 'ਤੇ ਨਵਾਬ ਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਸ ਨੂੰ ਗਦਰ ਪਾਰਟੀ ਵਿੱਚ ਵੜਿਆ ਸੂਈਆ ਕਿਹਾ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਨਵਾਬ ਖਾਂ ਨੇ ਗਦਰ ਪਾਰਟੀ ਦਾ ਨੁਕਸਾਨ ਕਰਾਉਣ ਦੀ ਮਾੜੀ ਨੀਤ ਨਾਲ ਕਰਤਾਰ ਸਿੰਘ ਦੇ ਬਲਪਣ ਅਤੇ ਸਾਫ਼ ਦਿਲੀ ਦਾ ਲਾਭ ਉਠਾ ਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਕੇ ਡਾਕੇ ਮਾਰਨ ਲਈ ਤਿਆਰ ਕਰ ਲਿਆ। ਨਹੀਂ ਤਾਂ ਕਰਤਾਰ ਸਿੰਘ ਨੂੰ ਆਪਣੇ ਭਰਾਵਾਂ ਉੱਤੇ ਡਾਕੇ ਮਾਰਨ ਦਾ ਕਦੀ ਸੁਫਨਾ ਵੀ ਨਹੀਂ ਆਇਆ ਸੀ। ਇਸ ਮਾਮਲੇ ਵਿੱਚ ਬਾਬਾ ਭਕਨਾ ਜੀ ਨੇ ਭਾਈ ਨਿਧਾਨ ਸਿੰਘ ਦੀ ਜ਼ੋਰਦਾਰ ਪ੍ਰੋੜਤਾ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਜੇ ਕੋਈ ਡਾਕੇ ਮਾਰਨ ਦਾ ਵਿਰੋਧੀ ਸੀ ਤਾਂ ਉਹ ਸਿਰਫ ਭਾਈ ਨਿਧਾਨ ਸਿੰਘ ਸੀ, ਜਿਸ ਨੇ ਸਦਾ ਹੀ ਉਹਨਾਂ ਡਾਕਿਆਂ ਦੇ ਵਿਰੁੱਧ ਪਾਰਟੀ ਵਿੱਚ ਆਵਾਜ਼ ਉਠਾਈ, ਪਰ ਉਸ ਇਕੱਲੇ ਦੀ ਸੁਣਦਾ ਕੌਣ ਸੀ। ਹੋਰ ਸਾਰੇ ਨਵਾਬ ਖਾਂ ਦੀਆਂ ਗੱਲਾਂ ਪਰ ਵਿਸ ਚੁੱਕੇ ਸਨ। ਜੇ ਕੁਝ ਕਸਰ ਬਾਕੀ ਵੀ ਸੀ ਅਤੇ ਕੋਈ ਇੱਕ ਅੱਧੇ ਡਾਕੇ ਮਾਰਨ ਦੀ ਵਿਰੋਧਤਾ ਕਰਦਾ ਵੀ ਸੀ ਤਾਂ ਉਹ ਰੜਕ ਰਾਸ ਬਿਹਾਰੀ ਬੋਸ ਦੇ ਆਉਣ ਪਰ ਪੂਰੀ ਹੋ ਗਈ, ਕਿਉਂ ਜੋ ਉਹ ਤਾਂ ਇੱਕ ਤਰ੍ਹਾਂ ਡਾਕੇ ਮਾਰਨ ਦੇ ਪਹਿਲਾਂ ਹੀ ਹੱਕ ਵਿੱਚ ਸਨ। ਇਸ ਤਰ੍ਹਾਂ ਸੂਈਆ ਪੁਲਿਸ ਦੇ ਸਿਪਾਹੀ ਨਵਾਬ ਖਾਂ ਨੇ ਸਾਡੇ ਸਾਥੀਆਂ ਨੂੰ ਪੁੱਠੇ ਰਾਹ ਪਾ ਕੇ ਲੋਕਾਂ ਦੀ ਅੱਖੀਂ ਘੱਟਾ ਪਾ ਦਿੱਤਾ। ਇੱਥੇ ਬਾਬਾ ਜੀ ਦੀ ਇਹ ਗੱਲ ਤਾਂ ਠੀਕ ਹੋ ਸਕਦੀ ਹੈ ਕਿ ਨਵਾਬ ਖਾਂ ਨੇ ਡਾਕੇ ਮਾਰਨ ਦੀ ਜ਼ੋਰਦਾਰ ਪੈਰਵਾਈ ਕੀਤੀ ਹੋਵੇ ਅਤੇ ਭਾਈ ਕਰਤਾਰ ਸਿੰਘ ਸਰਾਭਾ ਉਸ ਦੀਆਂ ਦਲੀਲਾਂ ਦੇ ਅਸਰ ਹੇਠ ਆ ਗਿਆ ਹੋਵੇ। ਇਹ ਗੱਲ ਲਾਡੂਵਾਲ ਦੀ ਮੀਟਿੰਗ ਬਾਰੇ ਤਾਂ ਕਹੀ ਜਾ ਸਕਦੀ ਹੈ, ਪਰ ਉਸ ਤੋਂ ਛੇਤੀ ਬਾਅਦ ਨਵਾਬ ਖਾਂ ਗ੍ਰਿਫਤਾਰ ਹੋ ਗਿਆ ਸੀ। ਇਸ ਕਰਕੇ ਦੁਬਾਰਾ ਡਾਕੇ ਮਾਰਨ ਦੀ ਗੱਲ ਬੰਗਾਲੀਆਂ ਨਾਲ ਮੇਲ ਜੋਲ ਹੋਣ ਪਿੱਛੋਂ ਹੀ ਚੱਲੀ ਸੀ। ਨਵਾਬ ਖਾਂ ਦੇ ਸੂਈਆ ਹੋਣ ਦਾ ਸ਼ੱਕ ਕਿੰਨਾ ਕੁ ਸਹੀ ਹੈ, ਇਸ ਬਾਰੇ ਅਗਲੇ ਕਾਂਡ ਵਿੱਚ ਚਰਚਾ ਕਰਾਂਗੇ। ਉਪਰੋਕਤ ਹਵਾਲੇ ਦੀ ਰੌਸ਼ਨੀ ਵਿੱਚ ਇਹ ਗੱਲ ਪੂਰਨ ਭਰੋਸੇ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਬਾਬਾ ਸੋਹਣ ਸਿੰਘ ਭਕਨਾ, ਮਾਸਟਰ ਊਧਮ ਸਿੰਘ ਕਸੇਲ, ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ ਅਤੇ ਭਾਈ ਬਲਵੰਤ ਸਿੰਘ ਖੁਰਦਪੁਰ ਵਰਗੇ ਪ੍ਰੌੜ ਆਗੂ ਜੇਲ੍ਹਾਂ ਅੰਦਰ ਜਾਂ ਦੇਸ਼ ਤੋਂ ਬਾਹਰ ਨਾ ਹੁੰਦੇ ਤਾਂ ਪਾਰਟੀ ਨੇ ਬੰਗਾਲੀਆਂ ਦੇ ਡਾਕੇ ਮਾਰਨ ਦੀ ਤਜਵੀਜ਼ ਕਦਾਚਿਤ ਪ੍ਰਵਾਨ ਨਹੀਂ ਕਰਨੀ ਸੀ। ਡਾਕਿਆਂ ਦੀ ਮੁਹਿੰਮ। ਰਾਸ ਬਿਹਾਰੀ ਬੋਸ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਗਦਰੀਆਂ ਦਾ ਇੱਕ ਤਕੜਾ ਵਰਗ ਸਚਿੰਦਰ ਨਾਥ ਸਨਿਆਲ ਨਾਲ ਹੁੰਦੇ ਰਹੇ ਵਿਚਾਰ ਵਟਾਂਦਰੇ ਤੋਂ ਬਾਅਦ ਡਾਕੇ ਮਾਰਨ ਲਈ ਮਾਨਸਿਕ ਪੱਧਰ 'ਤੇ ਤਿਆਰ ਹੋ ਗਿਆ ਸੀ। ਰਾਸ ਬਿਹਾਰੀ ਦੇ ਆਉਣ 'ਤੇ ਉਹ ਪੂਰੀ ਗਰਮਜੋਸ਼ੀ ਨਾਲ ਇਸ ਅਮਲ ਵਿੱਚ ਜੁਟ ਗਏ ਸਨ। ਰਾਸ ਬਿਹਾਰੀ ਬੋਸ ਜਨਵਰੀ ਦੇ ਤੀਜੇ ਹਫ਼ਤੇ ਬਨਾਰਸ ਤੋਂ ਪੰਜਾਬ ਆ ਗਿਆ ਸੀ। ਉਸ ਨੇ ਆਉਂਦਿਆਂ ਹੀ ਪੰਜਾਬ ਦੇ ਗਦਰੀਆਂ ਨਾਲ ਕਾਸ਼ੀ ਵਿਖੇ ਜਤਿੰਦਰ ਨਾਥ ਮੁਖੋਪਾਧਿਆਏ ਅਤੇ ਹੋਰਨਾਂ ਨਾਲ ਹੋਈਆਂ ਵਿਚਾਰਾਂ ਬਾਰੇ ਦੱਸਿਆ ਅਤੇ ਬੰਗਾਲ ਅੰਦਰ ਇਨਕਲਾਬੀ ਕੰਮ ਵਿੱਚ ਤੇਜ਼ੀ ਲਿਆਉਣ ਲਈ ਪੰਜਾਬ ਦੇ ਗਦਰੀਆਂ ਉੱਤੇ ਜਤਿੰਦਰ ਨਾਥ ਦੀ ਪੈਸਿਆਂ ਦੀ ਮੰਗ ਪੂਰੀ ਕਰਨ ਲਈ ਜਲਦੀ ਅਸਰਦਾਰ ਕਦਮ ਉਠਾਉਣ ਭਾਵ ਡਾਕੇ ਮਾਰਨ ਲਈ ਦਬਾਅ ਪਾਇਆ। ਗਦਰੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੰਨੇ ਉਤਾਵਲੇ ਸਨ ਕਿ ਉਹ ਰਾਸ ਬਿਹਾਰੀ ਦੀ ਤਜਵੀਜ਼ ਨਾਲ ਝੱਟ ਸਹਿਮਤ ਹੋ ਗਏ। ਉਹਨਾਂ ਦੀ ਕਾਜ ਪ੍ਰਤੀ ਸੁਹਿਰਦਤਾ ਅਤੇ ਤਤਪਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਡਾਕੇ ਮਾਰਨ ਦਾ ਮਤਾ ਪਕਾਉਂਦਿਆਂ ਹੀ ਉਹਨਾਂ ਨੇ 2 ਕੁ ਹਫ਼ਤਿਆਂ ਦੇ ਅੰਦਰ ਹੀ 5 ਵੱਡੇ ਅਤੇ 3-4 ਛੋਟੇ ਡਾਕੇ ਮਾਰ ਲਏ। ਤਕਰੀਬਨ ਹਰ ਜਗ੍ਹਾ ਹੀ ਗਦਰੀਆਂ ਨੂੰ ਸ਼ਾਹੂਕਾਰਾਂ ਕੋਲੋਂ ਮਾਲ ਕਢਵਾਉਣ ਲਈ ਉਹਨਾਂ ਦੀ ਅਤੇ ਕਈ ਥਾਵਾਂ 'ਤੇ ਉਹਨਾਂ ਦੇ ਪਰਿਵਾਰਾਂ ਦੇ ਦੂਸਰੇ ਮੈਂਬਰਾਂ ਦੀ ਵੀ ਕੁੱਟਮਾਰ ਕਰਨੀ ਪਈ।
ਜਿਸ ਨਾਲ 2 ਥਾਵਾਂ ਸਾਹਨੇਵਾਲ ਅਤੇ ਚੰਬਾ ਅਤੇ ਸ਼ਾਹੂਕਾਰਾਂ ਦੀਆਂ ਮੌਤਾਂ ਹੋ ਗਈਆਂ ਸਨ। ਦੁਆਬੇ ਅੰਦਰ ਭਾਈ ਬੰਤਾ ਸਿੰਘ ਸੰਘਵਾਲ ਅਤੇ ਉਸ ਦੇ ਸਾਥੀਆਂ ਨੇ 21 ਜਨਵਰੀ ਦੀ ਰਾਤ ਨੂੰ ਕਪੂਰਥਲਾ ਰਿਆਸਤ ਦੇ ਪਿੰਡ ਸ਼ੇਖੂਪੁਰਾ ਵਿੱਚ ਇੱਕੋ ਹੱਲੇ ਨਾਲ ਲਗਭਗ 6 ਹਿੰਦੂ ਮਹਾਜਨਾਂ ਦੀਆਂ ਦੁਕਾਨਾਂ ਲੁੱਟ ਲਈਆਂ ਸਨ। ਇਸ ਤੋਂ ਬਾਅਦ ਉਹਨਾਂ ਨੇ ਅਲਾਵਲਪੁਰ, ਕਰਨਾਨਾ, ਫਰਾਲਾ ਅਤੇ ਪੰਚ ਨੰਗਲ ਆਦਿ ਪਿੰਡਾਂ ਅੰਦਰ ਵੀ ਹਿੰਦੂ ਸ਼ਾਹੂਕਾਰਾਂ ਦੇ ਘਰ ਲੁੱਟੇ, ਪਰ ਇਹਨਾਂ ਸਾਰੇ ਡਾਕਿਆਂ 'ਚੋਂ ਉਹਨਾਂ ਦੇ ਹੱਥ ਥੋੜ੍ਹਾ ਮਾਲ ਹੀ ਲੱਗਿਆ। ਕਰਤਾਰ ਸਿੰਘ ਸਰਾਭਾ 21 ਜਨਵਰੀ ਨੂੰ ਅੰਮ੍ਰਿਤਸਰ ਤੋਂ ਡਾਕੇ ਮਾਰਨ ਦਾ ਮਤਾ ਪਕਾ ਕੇ ਸਿੱਧਾ ਲੁਧਿਆਣੇ ਗਿਆ ਅਤੇ ਆਪਣੇ ਸਹਿਯੋਗੀਆਂ ਨਾਲ ਲੁਧਿਆਣੇ ਦੇ ਨੇੜਲੇ ਪਿੰਡ ਸਾਹਨੇਵਾਲ ਇੱਕ ਸ਼ਾਹੂਕਾਰ ਨੂੰ ਲੁੱਟਣ ਦੀ ਪਲੈਨ ਬਣਾਈ। ਇਸ ਦੀ ਦੱਸ ਸਾਹਨੇਵਾਲ ਦੇ ਹੀ ਗਦਰੀ ਕੇਹਰ ਸਿੰਘ ਨੇ ਪਾਈ ਸੀ। ਸਾਹਨੇਵਾਲ ਵਿੱਚ ਪੁਲਿਸ ਦਾ ਠਾਣਾ ਹੋਣ ਕਰਕੇ ਡਾਕੇ ਮਾਰਨਾ ਖਤਰੇ ਤੋਂ ਖਾਲੀ ਨਹੀਂ ਸੀ, ਪਰ ਕੇਹਰ ਸਿੰਘ ਨੇ ਦੱਸਿਆ ਕਿ ਸ਼ਾਹੂਕਾਰ ਬਹੁਤ ਮਾਲਦਾਰ ਸਾਮੀ ਹੈ ਅਤੇ ਉੱਥੋਂ ਚੋਖਾ ਮਾਲ ਮਿਲ ਸਕਦਾ ਹੈ। ਸਰਾਭੇ ਨੇ ਪੂਰੇ ਭਰੋਸੇ ਨਾਲ ਆਪਣੇ ਸਾਥੀਆਂ ਨੂੰ ਕਿਹਾ ਕਿ ਪੁਲਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਉਸ ਦਾ ਬੰਦੋਬਸਤ ਹੋ ਜਾਵੇਗਾ। ਠਾਣਾ ਪਿੰਡ ਤੋਂ ਕਾਫੀ ਬਾਹਰ ਸੀ ਅਤੇ ਉੱਥੋਂ ਪਿੰਡ ਨੂੰ ਆਉਣ ਲਈ ਰੇਲਵੇ ਫਾਟਕ ਲੰਘਣਾ ਪੈਂਦਾ ਸੀ। ਸਰਾਭੇ ਨੇ ਤਰਕੀਬ ਬਣਾਈ ਕਿ ਉਹ ਅਤੇ ਦਲੀਪ ਸਿੰਘ ਫਾਟਕ ਉੱਤੇ ਪਹਿਰਾ ਦੇਣਗੇ ਅਤੇ ਜੇਕਰ ਪੁਲਿਸ ਆਉਂਦੀ ਦਿਸੀ ਤਾਂ ਉਹ ਬੰਬ ਚਲਾ ਕੇ ਖੜਾਕ ਕਰਨਗੇ, ਜਿਸ ਨੂੰ ਸੁਣ ਕੇ ਉਹਨਾਂ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਜਾਣਗੇ। ਸਰਾਭੇ ਦਾ ਜੀਵਨ ਅੰਦਰ ਇਹ ਪਹਿਲਾ ਹਥਿਆਰਬੰਦ ਕਾਰਨਾਮਾ ਸੀ। 23 ਜਨਵਰੀ ਨੂੰ ਸਾਹਨੇਵਾਲਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਇਸਲਾਮੀਆ ਸਕੂਲ ਦੇ ਹੋਸਟਲ ਵਿੱਚ ਸੁੱਚਾ ਸਿੰਘ ਦੇ ਕਮਰੇ ਵਿੱਚ ਬੈਠਿਆਂ ਆਪਣਾ ਰਿਵਾਲਵਰ ਸਾਫ਼ ਕੀਤਾ। ਰਾਤ ਹਨੇਰੇ ਹੋਏ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ 8-9 ਸਾਥੀ, ਜਿਹੜੇ ਸਾਰੇ ਮੰਨੇ ਪ੍ਰਮੰਨੇ ਗਦਰੀ ਸਨ, ਸਾਹਨੇਵਾਲ ਪੁੱਜ ਗਏ। ਸਰਾਭਾ ਅਤੇ ਦਲੀਪ ਸਿੰਘ ਰੇਲ ਦੇ ਫਾਟਕ 'ਤੇ ਪਹਿਰਾ ਦੇਣ ਲਈ ਖੜ੍ਹੇ ਹੋ ਗਏ, ਜਦ ਕਿ ਬਾਕੀ ਦੇ ਸ਼ਾਹੂਕਾਰ ਦੇ ਘਰ ਚਲੇ ਗਏ। ਸ਼ਾਹੂਕਾਰ, ਜਿਹਦਾ ਨਾਂ ਖੁਸ਼ੀ ਰਾਮ ਸੀ, ਪੁੱਜ ਕੇ ਕੰਜੂਸ ਅਤੇ ਨਾਲ ਹੀ ਚੀੜਾ ਵੀ ਸੀ। ਉਸ ਨੇ ਬਹੁਤ ਕੁੱਟ ਮਾਰ ਦੇ ਬਾਵਜੂਦ ਗਦਰੀਆਂ ਨੂੰ ਸੇਫ ਦਾ ਅਤਾ ਪਤਾ ਨਾ ਦੱਸਿਆ, ਨਾ ਚਾਬੀਆਂ ਦਿੱਤੀਆਂ। ਅਰਜਨ ਸਿੰਘ ਨੇ ਉਸ ਨੂੰ ਧਮਕਾਉਣ ਲਈ ਉਸ ਦੀ ਘੰਡੀ ਉੱਤੇ ਛੁਰੀ ਰੱਖ ਲਈ। ਉਹ ਫਿਰ ਵੀ ਨਾ ਕੁਛ ਮੰਨਿਆ। ਅਖੀਰ ਵਿੱਚ ਕੇਹਰ ਸਿੰਘ ਦੇ ਕਹਿਣ 'ਤੇ ਭਾਈ ਅਰਜਨ ਸਿੰਘ ਨੇ ਹੌਲੀ-ਹੌਲੀ ਉਸ ਦੀ ਘੰਡੀ ਉੱਤੇ ਛੁਰੀ ਫੇਰਨੀ ਸ਼ੁਰੂ ਕਰ ਦਿੱਤੀ, ਪਰ ਉਹ ਇਸ ਨਾਲ ਵੀ ਟਸ ਤੋਂ ਮਸ ਨਾ ਹੋਇਆ। ਇਸ ਤਰ੍ਹਾਂ ਕਰਦੇ ਕਰਾਉਂਦੇ ਉਸ ਦੀ ਅਣਚਾਹਿਆ ਮੌਤ ਹੋ ਗਈ। ਇਸ ਤੋਂ ਬਾਅਦ ਗਦਰੀਆਂ ਨੇ ਵਾਪਸ ਆਉਣਾ ਹੀ ਚੰਗਾ ਸਮਝਿਆ। ਇਸ ਤਰ੍ਹਾਂ ਪਹਿਲੇ ਹੀ ਡਾਕੇ ਵਿੱਚ ਗਦਰੀਆਂ ਨੂੰ ਮਾਮੂਲੀ ਜਿਹੀ ਨਗਦੀ ਲੈ ਕੇ ਨਿਰਾਸ਼ ਮੁੜਨਾ ਪੈ ਗਿਆ। ਉਹ ਰਾਤੋਂ ਰਾਤ ਲੁਧਿਆਣੇ ਆ ਗਏ। ਕਰਤਾਰ ਸਿੰਘ ਸਰਾਭਾ 2 ਦਿਨ ਹੋਸਟਲ ਵਿੱਚ ਹੀ ਰਿਹਾ, ਜਦ ਕਿ ਬਾਕੀ ਦੇ ਅਗਲਾ ਡਾਕਾ ਮਾਰਨ ਤੱਕ ਇੱਧਰ-ਉੱਧਰ ਖਿੰਡ ਗਏ। 25 ਜਨਵਰੀ ਨੂੰ ਸਰਾਭੇ ਨੇ ਸਾਹਨੇਵਾਲਾ ਵਾਲੀ ਵਾਰਦਾਤ ਦੀ ਖਬਰ ਪੜ੍ਹਨ ਲਈ ਸੁੱਚਾ ਸਿੰਘ ਨੂੰ ਅਖਬਾਰ ਲੈਣ ਲਈ ਭੇਜਿਆ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ 3-4 ਕੁ ਦਿਨਾਂ ਬਾਅਦ ਹੀ ਅਗਲਾ ਡਾਕਾ 27 ਜਨਵਰੀ ਨੂੰ ਮਨਸੂਰਾ ਪਿੰਡ ਵਿੱਚ ਮਾਰਿਆ। ਉੱਥੇ ਵੀ ਇੱਕ ਹਿੰਦੂ ਸ਼ਾਹੂਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਮਿਥੀ ਪਲਾਨ ਅਨੁਸਾਰ ਕੁਝ ਗਦਰੀ ਤਾਂ ਸ਼ਾਹੂਕਾਰ ਦਾ ਘਰ ਖੁਲ੍ਹਾ ਕੇ ਅੰਦਰ ਜਾ ਵੜੇ, ਜਦੋਂ ਕਿ ਕਰਤਾਰ ਸਿੰਘ ਸਰਾਭਾ, ਦਲੀਪ ਸਿੰਘ ਅਤੇ ਰਾਮ ਰੱਖਾ ਬਾਹਰ ਪਹਿਰੇ 'ਤੇ ਖੜ੍ਹੇ ਰਹੇ। ਸ਼ਾਹੂਕਾਰ ਦੇ ਪਰਿਵਾਰ ਦੇ ਰੌਲਾ ਪਾਉਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਕਰਤਾਰ ਸਿੰਘ ਨੇ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਸੰਬੋਧਿਤ ਕਰਦਿਆਂ ਦੱਸਿਆ ਕਿ ਉਹ ਡਾਕੂ ਨਹੀਂ ਹਨ, ਦੇਸ਼ ਭਗਤ ਹਨ ਅਤੇ ਦੇਸ਼ ਦੀ ਆਜ਼ਾਦੀ ਦੀ ਜੰਗ ਲਈ ਉਹਨਾਂ ਨੂੰ ਪੈਸਿਆਂ ਦੀ ਲੋੜ ਪੈ ਗਈ ਹੈ। ਇਸ ਕਰਕੇ ਪਿੰਡ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਹੈ। ਇੰਨੇ ਨੂੰ ਇੱਕ ਬਾਣੀਏ ਨੇ ਲਾਲਟੈਨ ਲੈ ਕੇ ਉਹਨਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਜਦ ਉਹ ਸਰਾਭੇ ਦੇ ਸਮਝਾਉਣ 'ਤੇ ਵੀ ਪਿਛਾਂਹ ਨਾ ਮੁੜਿਆ ਤਾਂ ਮਜਬੂਰਨ ਉਸ ਨੂੰ 2 ਗੋਲੀਆਂ ਹਵਾ ਵਿੱਚ ਚਲਾਉਣੀਆਂ ਪਈਆਂ। ਬਾਣੀਆ ਡਰ ਕੇ ਭੱਜ ਗਿਆ। ਇੰਨੇ ਵਿੱਚ ਗਦਰੀਆਂ ਨੇ ਸ਼ਾਹੂਕਾਰ ਦੇ ਘਰੋਂ ਗਹਿਣੇ ਅਤੇ ਨਗਦੀ ਲੁੱਟਣ ਦਾ ਕੰਮ ਨਿਬੇੜ ਲਿਆ। ਇਸ ਤੋਂ ਬਾਅਦ ਉਹਨਾਂ ਨੇ ਸ਼ਾਹੂਕਾਰ ਦੇ ਮੁੰਡੇ ਨੂੰ ਡਰਾ ਧਮਕਾ ਕੇ ਆਪਣੇ ਮੂਹਰੇ ਲਾ ਲਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਬਾਪ ਅਤੇ ਚਾਚੇ ਦੀਆਂ 2 ਦੁਕਾਨਾਂ ਵੀ ਲੁੱਟ ਲਈਆਂ। ਇਸੇ ਦੌਰਾਨ ਇੱਕ ਪਿੰਡ ਵਾਸੀ ਨੇ ਕੋਠੇ 'ਤੇ ਚੜ੍ਹ ਕੇ ਗਦਰੀਆਂ ਉੱਤੇ ਇੱਟਾਂ ਵੱਟੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇੱਕ ਵੱਟਾ ਸਰਾਭੇ ਦੇ ਸੱਜੇ ਕੰਨ 'ਤੇ ਵੱਜਾ।
ਭਾਈ ਜਵੰਦ ਸਿੰਘ ਦੇ ਮੱਥੇ ਤੇ ਵੀ ਸੱਟ ਲੱਗੀ। ਸਰਾਭੇ ਨੇ ਫਿਰ ਹਵਾ ਵਿੱਚ 4-5 ਫਾਇਰ ਕਰ ਦਿੱਤੇ। ਇੰਨੇ ਨੂੰ ਪਿੰਡ ਦੇ ਲੋਕ ਇਕੱਠੇ ਹੋਣ ਲੱਗ ਪਏ। ਜਦੋਂ ਉਹ ਵਰਜਨ ਤੇ ਵੀ ਨਾ ਮੁੜੇ ਤਾਂ ਸਰਾਭੇ ਨੇ ਉਹਨਾਂ ਵੱਲ ਇੱਕ ਬੰਬ ਸੁੱਟਿਆ, ਜਿਸ ਨਾਲ 2 ਜਣੇ ਜ਼ਖਮੀ ਹੋ ਗਏ। ਇਸ ਤਰੀਕੇ ਨਾਲ ਗਦਰੀ ਬਚਦੇ ਬਚਾਉਂਦੇ ਲੁੱਟ ਦਾ ਮਾਲ ਲੈ ਕੇ ਵਾਪਸ ਆਪਣੇ ਟਿਕਾਣਿਆਂ ਤੇ ਚਲੇ ਗਏ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਤਾਂ ਮਨਸੂਰਾ ਦੀ ਡਕੈਤੀ ਤੋਂ ਮਿਲਿਆ ਸੋਨਾ ਆਦਿ ਲੈ ਕੇ ਅੰਮ੍ਰਿਤਸਰ ਚਲਾ ਗਿਆ। ਭਾਈ ਜਗਤ ਸਿੰਘ, ਭਾਈ ਰਾਮ ਰੱਖਾ, ਵਰਿਆਮ ਸਿੰਘ, ਭਾਈ ਵੀਰ ਸਿੰਘ ਬਾਹੋਵਾਲ ਅਤੇ ਅਰਜਨ ਸਿੰਘ ਖਖਰਾਣਾ ਆਦਿ, ਜਿਹੜੇ ਕਿ ਸਮਝਿਆ ਜਾਂਦਾ ਹੈ ਕਿ ਸਾਹਨੇਵਾਲ ਅਤੇ ਮਨਸੂਰਾ ਦੇ ਡਾਕਿਆਂ ਵਿੱਚ ਸ਼ਾਮਿਲ ਸਨ, ਸਾਰੇ ਅੰਮ੍ਰਿਤਸਰ ਨੇੜੇ ਇੱਕ ਪਿੰਡ ਝੱਬਾ ਵਿੱਚ ਡਾਕਾ ਮਾਰਨ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਚਲੇ ਗਏ। ਪਰ ਉਹਨਾਂ ਦੇ ਬਾਕੀ ਸਾਥੀਆਂ ਨੇ ਲੋਹਟਬੱਦੀ ਦੇ ਭਾਈ ਅਸ਼ਰਾ ਸਿੰਘ ਅਤੇ ਪਟਿਆਲਾ ਦੇ ਸੁੰਦਰ ਸਿੰਘ ਦੀ ਨਿਸ਼ਾਨਦੇਹੀ ਤੇ 27 ਜਨਵਰੀ ਨੂੰ ਪਿੰਡ ਝਨੇਰ ਵਿੱਚ ਡਾਕਾ ਮਾਰਿਆ। ਉੱਥੋਂ ਇੱਕ ਹਿੰਦੂ ਸ਼ਾਹੂਕਾਰ ਦੇ ਘਰੋਂ ਨਕਦੀ ਅਤੇ ਗਹਿਣੇ ਲੁੱਟੇ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਗਦਰੀਆਂ ਉੱਤੇ ਹਮਲਾ ਕਰਨ ਦਾ ਯਤਨ ਕੀਤਾ, ਪਰ ਇੱਥੇ ਕਰਤਾਰ ਸਿੰਘ ਸਰਾਭਾ ਵਾਂਗੂ ਭਾਈ ਗਾਧਾ ਸਿੰਘ ਨੇ ਲੋਕਾਂ ਨੂੰ ਸਮਝਾ ਬੁਝਾ ਕੇ ਠੰਡਾ ਕਰ ਲਿਆ ਸੀ। ਇਸ ਤੋਂ ਬਾਅਦ 3 ਫਰਵਰੀ ਨੂੰ ਲੁਧਿਆਣਾ ਦੇ ਪਿੰਡ ਰੱਬੋ ਵਿੱਚ ਸਾਰਦੀ ਨਾਂ ਦੀ ਇੱਕ ਸ਼ਾਹੂਕਾਰਨੀ ਦੇ ਘਰ ਡਾਕਾ ਮਾਰਿਆ। ਇਹ ਡਾਕਾ ਭਾਈ ਗਾਧਾ ਸਿੰਘ ਨੇ ਕੁਝ ਸਥਾਨਿਕ ਡਾਕੂਆਂ, ਜਿਨ੍ਹਾਂ ਦਾ ਸਰਗਣਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਨੌਰੀ ਦਾ ਦਲੀਪ ਸਿੰਘ ਸੀ, ਦੀ ਦੱਸ ਉੱਤੇ ਪੁਆਇਆ ਸੀ। ਇਸ ਵਿੱਚ ਸਥਾਨਕ ਡਾਕੂਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਇਹ ਡਾਕਾ ਵੀ ਕਾਮਯਾਬ ਰਿਹਾ ਅਤੇ ਇੱਥੋਂ ਚੋਖਾ ਮਾਲ ਹੱਥ ਲੱਗਾ। 2-3 ਫਰਵਰੀ ਦੀ ਵਿਚਕਾਰਲੀ ਰਾਤ ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਚੱਬਾ ਵਿੱਚ ਇਲਾਕੇ ਦੇ ਮਸ਼ਹੂਰ ਸ਼ਾਹੂਕਾਰ ਬੇਲੀ ਰਾਮ ਦੇ ਘਰ ਮਾਰਿਆ ਡਾਕਾ ਬਹੁਤ ਹੀ ਕੁਲਸ਼ਣਾ ਸਾਬਿਤ ਹੋਇਆ। ਜੇਕਰ ਇਹ ਕਹਿ ਲਿਆ ਜਾਵੇ ਕਿ ਇਹ ਇੱਕੋ ਡਾਕਾ ਗਦਰ ਪਾਰਟੀ ਦੀ ਹਾਰ ਦਾ ਫੌਰੀ ਅਤੇ ਪ੍ਰਮੁੱਖ ਕਾਰਨ ਬਣ ਗਿਆ, ਤਾਂ ਇਹ ਅਤਕਥਨੀ ਨਹੀਂ ਹੋਵੇਗੀ। ਹੋਇਆ ਇੰਜ ਕਿ ਪਿੰਡ ਗਿਲਵਾਣੀ ਦੇ ਵਸਾਵਾ ਸਿੰਘ ਨਾਂ ਦੇ ਇੱਕ ਗਦਰੀ ਨੇ ਮੂਲਾ ਸਿੰਘ ਨੂੰ ਦੱਸਿਆ ਕਿ ਉਸਦੇ ਗੁਆਂਢੀ ਪਿੰਡ ਚੱਬਾ ਦੇ ਬੇਲੀ ਰਾਮ ਨਾਂ ਦੇ ਮਸ਼ਹੂਰ ਸ਼ਾਹੂਕਾਰ ਕੋਲੋਂ ਵੱਡੀ ਮਾਤਰਾ ਵਿੱਚ ਧਨ ਅਤੇ ਸੋਨਾ ਆਦਿ ਲੁੱਟਿਆ ਜਾ ਸਕਦਾ ਹੈ। ਅਸਲੀ ਗੱਲ ਇਹ ਸੀ ਕਿ ਗਿਲਵਾਣੀ ਦਾ ਸੁਰੈਣ ਸਿੰਘ ਆਪ ਉਸ ਸ਼ਾਹੂਕਾਰ ਦੀ ਸਾਮੀ ਸੀ ਅਤੇ ਉਸ ਦੇ ਪਿੰਡ ਦੇ ਹੋਰ ਵੀ ਬਹੁਤ ਸਾਰੇ ਲੋਕ ਬੇਲੀ ਰਾਮ ਦੇ ਕਰਜ਼ਈ ਸੀ। ਉਹਨਾਂ ਸਾਰਿਆਂ ਦਾ ਬੇਲੀ ਰਾਮ ਨੂੰ ਲੁੱਟਣ ਵਿੱਚ ਨਿੱਜੀ ਸਵਾਰਥ ਸੀ। ਵਸਾਵਾ ਸਿੰਘ ਅਮਰੀਕਾ ਤੋਂ ਵਿਸ਼ਨੂੰ ਗਣੇਸ਼ ਪਿੰਗਲੇ ਨਾਲ ਹੀ ਸਲਾਮਸ ਜਹਾਜ਼ ਤੇ ਵਾਪਸ ਆਇਆ ਸੀ, ਜਿਸ ਕਰਕੇ ਉਸ ਦੀ ਗਦਰੀਆਂ ਨਾਲ ਚੰਗੀ ਨੇੜਤਾ ਸੀ। ਉਸ ਦੀ ਸਲਾਹ ਤੇ ਗਦਰੀਆਂ ਨੇ 2-3 ਫਰਵਰੀ ਦੀ ਦਰਮਿਆਨੀ ਰਾਤ ਨੂੰ ਬੇਲੀ ਰਾਮ ਨੂੰ ਲੁੱਟਣ ਦਾ ਫੈਸਲਾ ਕਰ ਲਿਆ। ਇਸ ਡਾਕੇ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਤੋਂ 8 ਗਦਰੀ ਭਾਈ ਜਗਤ ਸਿੰਘ, ਰਾਮ ਰੱਖਾ, ਵੀਰ ਸਿੰਘ ਬਾਹੋਵਾਲ, ਅਰਜਨ ਸਿੰਘ ਖਖਰਾਣਾ, ਵਰਿਆਮ ਸਿੰਘ ਅਮਲੀ, ਭਾਈ ਹਰਨਾਮ ਸਿੰਘ ਸਿਆਲਕੋਟੀ ਅਤੇ ਭਾਈ ਜਵੰਦ ਸਿੰਘ ਨੰਗਲ ਕਲਾਂ ਆਦਿ ਇਕੱਠੇ ਗਿੱਲਵਾਲੀ ਨੂੰ ਚੱਲ ਪਏ। ਗਿੱਲਵਾਲੀ ਤੇ ਉਹਨਾਂ ਨਾਲ ਭਾਈ ਪ੍ਰੇਮ ਸਿੰਘ ਸੁਰਸੰਘੀਏ ਸਮੇਤ ਗਿੱਲਵਾਲੀ ਪਿੰਡ ਦੇ 3 ਵਿਅਕਤੀ ਭਾਈ ਬਖਸ਼ੀਸ਼ ਸਿੰਘ, ਸੁਰੈਣ ਸਿੰਘ ਛੋਟਾ ਅਤੇ ਸੁਰੈਣ ਸਿੰਘ ਵੱਡਾ ਨਾਲ ਹੋ ਲਏ। ਅੰਮ੍ਰਿਤਸਰ ਤੋਂ ਉਹ ਕਾਲਾ ਸਿੰਘ ਨਾਂ ਦੇ ਇੱਕ ਲੁਹਾਰ ਨੂੰ ਵੀ ਨਾਲ ਲੈ ਆਏ ਸਨ, ਤਾਂ ਜੋ ਲੋੜ ਪੈਣ ਤੇ ਸ਼ਾਹੂਕਾਰ ਦਾ ਸੇਫ ਆਸਾਨੀ ਨਾਲ ਤੋੜਿਆ ਜਾ ਸਕੇ। ਉਹਨਾਂ ਕੋਲ ਬੰਬ ਅਤੇ ਰਿਵਾਲਵਰ ਸਨ। ਉਹਨਾਂ ਨੇ ਜਾਂਦਿਆਂ ਹੀ ਸ਼ਾਹੂਕਾਰ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਖੜਾਕ ਸੁਣ ਕੇ ਪਰਿਵਾਰ ਦਾ ਇੱਕ ਮੁੰਡਾ ਡਰ ਨਾਲ ਰੌਲਾ ਪਾਉਣ ਲੱਗਾ। ਗਦਰੀਆਂ ਨੇ ਉਸ ਨੂੰ ਚੁੱਪ ਕਰਾਉਣ ਲਈ ਇੱਕ ਗੋਲੀ ਚਲਾ ਦਿੱਤੀ। ਇੰਨੇ ਨੂੰ ਇੱਕ ਗੁਆਂਢੀ ਨੇ ਬਾਰੀ ਖੋਲ੍ਹ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਗੋਲੀ ਉਸ ਵੱਲ ਚਲਾ ਦਿੱਤੀ। ਲੁਹਾਰ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਸਾਰੇ ਅੰਦਰ ਜਾ ਵੜੇ। ਗਿੱਲਵਾਲੀ ਪਿੰਡ ਦੇ ਸੁਰੈਣ ਸਿੰਘ ਛੋਟਾ ਅਤੇ ਹੋਰਨਾਂ ਨੇ ਜਾਂਦਿਆਂ ਹੀ ਬੇਲੀ ਰਾਮ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਪਰ ਉਸ ਨੇ ਫਿਰ ਵੀ ਸੇਫ ਦੀਆਂ ਚਾਬੀਆਂ ਨਾ ਦਿੱਤੀਆਂ। ਜਦ ਉਹ ਬੇਹੋਸ਼ ਹੋ ਗਿਆ ਤਾਂ ਉਸਦੀ ਪਤਨੀ ਅਤੇ ਬੇਟੇ ਨੂੰ ਕੁੜਾਪਾ ਚਾੜ੍ਹ ਕੇ ਸੇਫ ਦੀਆਂ ਚਾਬੀਆਂ ਹਾਸਲ ਕਰਨ ਦਾ ਯਤਨ ਕੀਤਾ ਗਿਆ। ਅਖੀਰ ਵਿੱਚ ਹਾਰ ਕੇ ਲੁਹਾਰ ਦੀ ਮਦਦ ਨਾਲ ਸੇਫ ਤੋੜਨਾ ਪਿਆ ਅਤੇ ਉਸ ਵਿੱਚ ਰੱਖਿਆ ਗਹਿਣਾ ਗੱਟਾ ਅਤੇ ਨਕਦੀ ਲੁੱਟ ਲਈ ਗਈ। ਘਰ ਵਿੱਚ ਪਏ ਸੰਦੂਕਾਂ ਅਤੇ ਪੇਟੀਆਂ ਨੂੰ ਵੀ ਰਾਈਫਲਾਂ ਅਤੇ ਸਬਲਾਂ ਨਾਲ ਤੋੜ ਕੇ ਉਹਨਾਂ ਵਿੱਚ ਰੱਖਿਆ ਸਾਰਾ ਕੀਮਤੀ ਸਮਾਨ ਵੀ ਲੁੱਟ ਲਿਆ।
ਗਿੱਲ ਵਾਲੀ ਦੇ ਬੰਦਿਆਂ ਨੇ ਸ਼ਾਹੂਕਾਰ ਦੇ ਕਰਜ਼ੇ ਤੋਂ ਸੁਰਖਰੂ ਹੋਣ ਦੇ ਸਵਾਰਥ ਨਾਲ ਸੇਫ ਵਿੱਚ ਪਏ ਅਸ਼ਟਾਮ ਆਦਿ ਸਾਰੇ ਸਾੜ ਦਿੱਤੇ ਅਤੇ ਬਾਹਰ ਨਿਕਲਣ ਤੋਂ ਪਹਿਲਾਂ ਸ਼ਾਹੂਕਾਰ ਨੂੰ ਜਾਨੋਂ ਮਾਰ ਦੇਣ ਦੀ ਨੀਤ ਨਾਲ ਉਸ ਦਾ ਸਿਰ ਡਾਂਗਾਂ ਨਾਲ ਫੇਹ ਦਿੱਤਾ। ਜਦੋਂ ਸਾਰੀ ਢਾਣੀ ਲੁੱਟ ਦਾ ਮਾਲ ਲੈ ਕੇ ਘਰੋਂ ਬਾਹਰ ਨਿਕਲੀ ਤਾਂ ਇੰਨੇ ਵਿੱਚ ਪਿੰਡ ਦੇ ਲੋਕ ਵੱਡੀ ਸੰਖਿਆ ਵਿੱਚ ਘਰ ਦੇ ਬਾਹਰ ਇਕੱਠੇ ਹੋ ਚੁੱਕੇ ਸਨ ਅਤੇ ਉਹਨਾਂ ਨੇ ਡਾਕੂਆਂ ਨੂੰ ਘੇਰਨਾ ਚਾਹਿਆ। ਭਾਈ ਅਰਜਨ ਸਿੰਘ ਨੇ ਭੀੜ ਨੂੰ ਡਰਾਉਣ ਦੇ ਇਰਾਦੇ ਨਾਲ ਉਹਨਾਂ ਵੱਲ ਇੱਕ ਬੰਬ ਸੁੱਟ ਦਿੱਤਾ, ਪਰ ਉਹ ਚਿੱਕੜ ਵਿੱਚ ਡਿੱਗਣ ਕਰਕੇ ਫਟਿਆ ਨਾ। ਫਿਰ ਰਾਮ ਰੱਖਾ ਨੇ ਇੱਕ ਹੋਰ ਬੰਬ ਸੁੱਟਿਆ, ਪਰ ਉਹ ਕੰਧ ਨਾਲ ਟਕਰਾ ਕੇ ਵਾਪਸ ਉਸਦੇ ਪੈਰਾਂ ਵਿੱਚ ਆ ਡਿੱਗਿਆ। ਇਸ ਬੰਬ ਦੇ ਫਟਣ ਨਾਲ ਭਾਈ ਰਾਮ ਰੱਖਾ ਦੇ ਦੋਨੋਂ ਹੱਥ ਉੱਡ ਗਏ ਅਤੇ ਭਾਈ ਵੀਰ ਸਿੰਘ ਬਾਹੋਵਾਲ ਵੀ ਜ਼ਖਮੀ ਹੋ ਗਿਆ। ਭਾਈ ਵਰਿਆਮ ਸਿੰਘ ਨੇ ਜਦੋਂ ਦੇਖਿਆ ਕਿ ਸ਼ਾਹੂਕਾਰ ਦਾ ਇੱਕ ਮੁੰਡਾ ਉੱਪਰ ਚੁਬਾਰੇ ਵਿੱਚ ਉੱਚੀ ਉੱਚੀ ਰੌਲਾ ਪਾ ਰਿਹਾ ਸੀ ਤਾਂ ਉਹ ਉਸ ਨੂੰ ਚੁੱਪ ਕਰਾਉਣ ਲਈ ਪੌੜੀਆਂ ਚੜ੍ਹ ਗਿਆ, ਪਰ ਚੁਬਾਰੇ ਦਾ ਦਰਵਾਜ਼ਾ ਅੰਦਰੋਂ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਸੀ। ਜਦ ਉਹ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਵਾਪਸ ਪੌੜੀਆਂ ਉਤਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਬਦਕਿਸਮਤੀ ਨਾਲ ਉਸਦਾ ਪੈਰ ਤਿਲਕ ਗਿਆ ਤੇ ਉਹ ਧੜਮ ਕਰਦਾ ਜ਼ਮੀਨ 'ਤੇ ਆ ਡਿੱਗਿਆ। ਉਸਦੇ ਹੱਥ ਵਿੱਚ ਫੜਿਆ ਬੰਬ ਫਟ ਗਿਆ, ਜਿਸ ਨਾਲ ਉਹ ਉੱਥੇ ਹੀ ਪੂਰਾ ਹੋ ਗਿਆ। ਲੋਕਾਂ ਦਾ ਹਜੂਮ ਗਦਰੀਆਂ ਦੇ ਉੱਤੇ ਚੜ੍ਹਿਆ ਆ ਰਿਹਾ ਸੀ। ਭਾਈ ਅਰਜਨ ਸਿੰਘ ਨੇ ਇੱਕ ਬੰਬ ਭੀੜ ਵੱਲ ਸੁੱਟਿਆ, ਜੋ ਫਟ ਗਿਆ। ਬੰਬ ਨਾਲ ਭੀੜ ਥੋੜ੍ਹੀ ਜਿਹੀ ਪਿੱਛੇ ਹਟੀ, ਪਰ ਛੇਤੀ ਹੀ ਫਿਰ ਕੁਝ ਬੰਦਿਆਂ ਨੇ ਅੱਗੇ ਵਧ ਕੇ ਭਾਈ ਅਰਜਨ ਸਿੰਘ ਨੂੰ ਜੱਫਾ ਪਾ ਲਿਆ। ਭਾਈ ਪ੍ਰੇਮ ਸਿੰਘ ਨੇ ਗੋਲੀਆਂ ਚਲਾ ਕੇ ਅਰਜਨ ਸਿੰਘ ਨੂੰ ਛੁਡਾ ਲਿਆ, ਪਰ ਇੰਨੇ ਵਿੱਚ ਕੁਝ ਵਿਅਕਤੀਆਂ ਨੇ ਪ੍ਰੇਮ ਸਿੰਘ ਨੂੰ ਵੀ ਜੱਫਾ ਮਾਰ ਲਿਆ। ਭਾਈ ਅਰਜਨ ਸਿੰਘ ਕੋਲ ਇੱਕੋ ਬੰਬ ਬਚਿਆ ਸੀ। ਉਸ ਨੇ ਉਹ ਬੰਬ ਭੀੜ ਉੱਤੇ ਚਲਾ ਦਿੱਤਾ ਅਤੇ ਆਪਣੇ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਭਾਈ ਪ੍ਰੇਮ ਸਿੰਘ ਨੂੰ ਲੋਕਾਂ ਦੇ ਜੱਫੇ 'ਚੋਂ ਛੁਡਾ ਲਿਆ। ਡਾਂਗਾ ਵੱਜਣ ਕਰਕੇ ਪ੍ਰੇਮ ਸਿੰਘ ਕਾਫੀ ਜ਼ਖਮੀ ਹੋ ਗਿਆ ਸੀ। ਗਦਰੀ ਇੱਕ ਪਾਸੇ ਜ਼ਖਮੀ ਰਾਮ ਰੱਖਾ ਨੂੰ ਚੁੱਕੀ ਜਾਂਦੇ ਸਨ ਅਤੇ ਦੂਜੇ ਪਾਸੇ ਲੋਕਾਂ ਦੇ ਹਜੂਮ ਨਾਲ ਲੜਦੇ ਭਿੜਦੇ ਪਿੱਛੇ ਹਟੀ ਜਾਂਦੇ ਸਨ। ਪਿੰਡ ਵਾਲਿਆਂ ਨੇ ਕਾਲਾ ਸਿੰਘ ਲੁਹਾਰ ਨੂੰ ਫੜ ਲਿਆ ਅਤੇ ਗਦਰੀ ਯਤਨ ਕਰਨ ਦੇ ਬਾਵਜੂਦ ਉਸ ਨੂੰ ਛੁਡਾ ਨਾ ਸਕੇ। ਉੱਧਰ ਭਾਈ ਰਾਮ ਰੱਖਾ ਵੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਕਾਲ ਚਲਾਣਾ ਕਰ ਗਏ। ਗਦਰੀਆਂ ਨੂੰ ਉਸ ਦਾ ਕਿਸੇ ਜਗ੍ਹਾ ਚੋਰੀ ਛਿਪੇ ਸੰਸਕਾਰ ਕਰਨਾ ਪਿਆ, ਪਰ ਸਰਕਾਰ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਚੱਲਿਆ। ਅੰਮ੍ਰਿਤਸਰ ਜਾ ਕੇ ਹਰਦਿੱਤ ਸਿੰਘ ਨਾਂ ਦੇ ਇੱਕ ਡਾਕਟਰ ਕੋਲੋਂ ਝੂਠ ਸੱਚ ਬੋਲ ਕੇ ਭਾਈ ਪ੍ਰੇਮ ਸਿੰਘ ਅਤੇ ਭਾਈ ਵੀਰ ਸਿੰਘ ਦੇ ਜ਼ਖਮਾਂ ਉੱਤੇ ਮੱਲਮ ਪੱਟੀ ਕਰਵਾ ਲਈ। ਇਸ ਤਰ੍ਹਾਂ ਇਸ ਡਾਕੇ ਵਿੱਚੋਂ ਮਾਲ ਤਾਂ ਬਹੁਤ ਹੱਥ ਲੱਗਾ ਸੀ। ਇੱਕ ਅੰਦਾਜ਼ੇ ਅਨੁਸਾਰ ਮਾਲਵੇ ਦੇ 4 ਡਾਕਿਆਂ ਵਿੱਚੋਂ ਕੁੱਲ ਜਿੰਨਾ ਮਾਲ ਮਿਲਿਆ ਸੀ, ਉਨਾ ਇਕੱਲੇ ਇਸ ਡਾਕੇ ਵਿੱਚੋਂ ਹੀ ਮਿਲ ਗਿਆ ਸੀ। ਪਰ ਇਸ ਡਾਕੇ ਵਿੱਚ ਗਦਰ ਪਾਰਟੀ ਨੂੰ ਬਿਆਨੋਂ ਬਾਹਰਾ ਨੁਕਸਾਨ ਝੱਲਣਾ ਪੈ ਗਿਆ ਸੀ। ਨਾ ਸਿਰਫ ਇਸ ਦੇ 2 ਹੀਰਿਆਂ ਵਰਗੇ ਇਨਕਲਾਬੀ ਘੁਲਾਟੀਏ ਅਜਾਈ ਸ਼ਹੀਦ ਹੋ ਗਏ ਸਨ। ਕਾਲਾ ਸਿੰਘ ਲੁਹਾਰ ਦੇ ਫੜੇ ਜਾਣ ਨਾਲ ਪੁਲਿਸ ਕੋਲ ਸਾਰਾ ਭੇਤ ਖੁੱਲ੍ਹ ਗਿਆ ਸੀ। ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੰਮ ਬਾਹਰੋਂ ਆਏ ਗਦਰੀਆਂ ਦਾ ਸੀ, ਜਿਹੜੇ ਫੌਜ ਦੀਆਂ ਦੇਸੀ ਪਲਟਨਾਂ ਨੂੰ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਅੰਦਰੋਂ ਅੰਦਰੀ ਵਿਉਂਤਬੱਧ ਅਤੇ ਵਿਆਪਕ ਯਤਨ ਕਰ ਰਹੇ ਸਨ। ਇਹ ਪਤਾ ਲੱਗਦਿਆਂ ਹੀ ਪੁਲਿਸ ਨੇ ਗਦਰ ਪਾਰਟੀ ਦੇ ਸਾਰੇ ਅੰਦਰੂਨੀ ਭੇਤ ਜਾਣਨ ਲਈ ਖੁਫੀਆ ਢੰਗ ਨਾਲ ਇਸ ਦੀਆਂ ਸਫਾਂ ਅੰਦਰ ਆਪਣਾ ਸੂਈਆ ਵਾੜਨ ਦੀ ਪਲੈਨ ਬਣਾ ਲਈ। ਇਸ ਵਿੱਚ ਪੁਲਿਸ ਨੂੰ ਮਿਲੀ ਕਾਮਯਾਬੀ ਦੀ ਦਿਲ ਦੁਖਾਵੀਂ ਵਿਥਿਆ ਅੱਗੇ ਜਾ ਕੇ ਢੁਕਵੀਂ ਜਗ੍ਹਾ 'ਤੇ ਬਿਆਨ ਕੀਤੀ ਜਾਵੇਗੀ। ਇੱਥੇ ਚੱਲਦੇ ਪ੍ਰਸੰਗ ਵਿੱਚ ਡਾਕਿਆਂ ਦੌਰਾਨ ਪ੍ਰਗਟ ਹੋਏ ਗਦਰੀਆਂ ਦੇ ਉੱਚੇ ਸੁੱਚੇ ਇਖਲਾਕ ਦੀਆਂ ਕੁਝ ਉਗੜਵੀਆਂ ਮਿਸਾਲਾਂ ਦੇਣੀਆਂ ਜ਼ਰੂਰੀ ਹਨ। ਗਦਰੀ ਡਾਕੂਆਂ ਦੇ ਇਖਲਾਕੀ ਮਿਆਰ। ਨੰਬਰ 1, ਰੱਬੋਂ ਵਾਲੇ ਡਾਕੇ ਵਿੱਚ ਗਦਰੀਆਂ ਨੇ ਕੁਝ ਸਥਾਨਕ ਡਾਕੂਆਂ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰੀ ਦਾ ਇੱਕ ਦਲੀਪ ਸਿੰਘ ਸੀ, ਦੀ ਮਦਦ ਲਈ ਸੀ। ਡਾਕੇ ਦੌਰਾਨ ਘਰ ਵਿੱਚ ਨੌਜਵਾਨ ਕੁੜੀ ਵੇਖ ਕੇ ਇੱਕ ਡਾਕੂ, ਜਿਹੜਾ ਦਲੀਪ ਸਿੰਘ ਹੀ ਹੋ ਸਕਦਾ ਹੈ, ਦੀ ਨੀਤ ਵਿਗੜ ਗਈ ਅਤੇ ਉਸਨੇ ਕੁੜੀ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਭਾਈ ਚੂੜ ਸਿੰਘ ਪਿੰਡ ਲੀਲ ਤਹਿਸੀਲ ਰਾਏਕੋਟ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਗੁਸਤਾਖ ਡਾਕੂ ਵੱਲ ਰਿਵਾਲਵਰ ਤਾਣ ਲਿਆ ਅਤੇ ਉਸ ਨੂੰ ਨੀਚ ਹਰਕਤ ਤੋਂ ਬਾਜ਼ ਆਉਣ ਦੀ ਤਾੜਨਾ ਕੀਤੀ। ਡਾਕੂ ਨੇ ਗਦਰੀਆਂ ਕੋਲੋਂ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ। ਗਦਰੀਆਂ ਦੀ ਤਫਤੀਸ਼ ਕਰਨ ਵਾਲੇ CID ਦੇ 2 ਆਲਾ ਅਫਸਰ ਨੇ ਇਹ ਘਟਨਾ ਗਲਤੀ ਨਾਲ ਸਾਹਨੇਵਾਲ ਦੇ ਡਾਕੇ ਨਾਲ ਜੋੜ ਦਿੱਤੀ ਸੀ। ਉਸ ਆਧਾਰ 'ਤੇ ਸਰਦਾਰ ਜਗਜੀਤ ਸਿੰਘ ਨੇ ਇਹ ਕਹਾਣੀ ਇਸ ਤਰ੍ਹਾਂ ਲਿਖ ਦਿੱਤੀ।
ਸਾਹਨੇਵਾਲ ਦੇ ਡਾਕੇ ਵਿੱਚ ਇਨਕਲਾਬੀਆਂ ਨਾਲ ਰਲੇ ਇੱਕ ਡਾਕੂ ਨੇ ਜਦ ਇੱਕ ਬੀਬੀ ਵੱਲ ਮੈਲੀ ਅੱਖ ਨਾਲ ਵੇਖਿਆ ਤਾਂ ਸ਼੍ਰੀ ਕਰਤਾਰ ਸਿੰਘ ਸਰਾਭਾ ਦੇ ਇੱਕ ਲਫਟੈਨ ਨੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਵਰਜ ਦਿੱਤਾ। ਜਗਜੀਤ ਸਿੰਘ ਨੇ ਇਹ ਹਵਾਲਾ ਈਸਮੋਗਰ ਅਤੇ ਸਲੈਟਰੀ ਦੀ ਰਿਪੋਰਟ ਵਿੱਚੋਂ ਦਿੱਤਾ ਹੈ। ਸੱਚਾਈ ਇਹ ਹੈ ਕਿ ਸਾਹਨੇਵਾਲ ਦੇ ਡਾਕੇ ਵਿੱਚ ਕੋਈ ਵੀ ਡਾਕੂ ਸ਼ਾਮਿਲ ਨਹੀਂ ਸੀ। ਸਾਰੇ ਸੱਚੇ ਸੁੱਚੇ ਗਦਰੀ ਦੇਸ਼ ਭਗਤ ਜਿਵੇਂ ਭਾਈ ਜਗਤ ਸਿੰਘ ਸੁਰਸੰਘੀਆ, ਭਾਈ ਹਰਨਾਮ ਸਿੰਘ ਸਿਆਲਕੋਟੀ, ਅਰਜਨ ਸਿੰਘ ਖਖਰਾਣਾ, ਬੀਰ ਸਿੰਘ ਬਾਹੋਵਾਲ, ਜਵੰਦ ਸਿੰਘ ਨੰਗਲ, ਰੁਲੀਆ ਸਿੰਘ ਸਰਾਭਾ, ਪੰਡਿਤ ਰਾਮ ਰਖਾ ਅਤੇ ਕੇਹਰ ਸਿੰਘ ਆਦਿ ਸਨ, ਜਿਨ੍ਹਾਂ ਵਿੱਚੋਂ ਕੋਈ ਵੀ ਅਜਿਹੀ ਗਿਰੀ ਹੋਈ ਹਰਕਤ ਨਹੀਂ ਕਰ ਸਕਦਾ ਸੀ। ਇਹ ਸਾਰੇ ਹੀ ਸੂਰਮੇ ਅਖੀਰ ਵਿੱਚ ਸ਼ਹੀਦ ਹੋ ਗਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਗਲਤੀ ਨਾਲ ਇਸ ਘਟਨਾ ਨੂੰ ਸਿੱਧਾ ਹੀ ਭਾਈ ਕਰਤਾਰ ਸਿੰਘ ਸਰਾਭਾ ਨਾਲ ਜੋੜ ਦਿੱਤਾ, ਜਦ ਕਿ ਪੁਲਿਸ ਰਿਪੋਰਟ ਵਿੱਚ ਇਸ ਨੂੰ ਸਰਾਭੇ ਦੇ ਇੱਕ ਲਫਟੈਨ ਨਾਲ ਜੋੜਿਆ ਗਿਆ ਹੈ। ਬਾਬਾ ਭਕਨਾ ਦੇ ਲਿਖਣ ਅਨੁਸਾਰ ਜਦੋਂ ਸਾਹਨੇਵਾਲ ਦੇ ਡਾਕੇ ਵਿੱਚ ਉਸ ਕਰਤਾਰ ਸਿੰਘ ਸਰਾਭਾ ਦੇ ਇੱਕ ਸਾਥੀ ਨੇ ਇੱਕ ਸੋਹਣੀ ਕੁੜੀ ਨੂੰ ਮਾੜੀ ਅੱਖ ਨਾਲ ਵੇਖਿਆ ਤਾਂ ਉਸ ਨੇ ਝੱਟ ਦੇਣੀ ਰਿਵਾਲਵਰ ਉਸ ਦੀ ਛਾਤੀ 'ਤੇ ਰੱਖ ਦਿੱਤਾ ਅਤੇ ਉਸ ਕੋਲੋਂ ਮਾਫ਼ੀ ਮੰਗਵਾਈ। ਸਾਹਨੇਵਾਲ ਦੇ ਡਾਕੇ ਵਿੱਚ ਸ਼ਾਮਿਲ ਸਾਰੇ ਗਦਰੀ ਇੱਕ ਦੂਜੇ ਨਾਲੋਂ ਵੱਧ ਕੇ ਧਰਮਚਾਰੀ ਸਨ। ਇਸ ਕਰਕੇ ਇਹ ਗੱਲ 100% ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਹਨਾਂ ਵਿੱਚੋਂ ਸਰਾਭੇ ਦਾ ਅਜਿਹਾ ਕੋਈ ਸਾਥੀ ਨਹੀਂ ਹੋ ਸਕਦਾ ਜਿਹੜਾ ਅਜਿਹੀ ਨੀਚ ਹਰਕਤ ਕਰਨ ਦੀ ਗੁਸਤਾਖੀ ਕਰਦਾ। ਨਾਲੇ ਸਾਹਨੇਵਾਲ ਦੇ ਡਾਕੇ ਵਿੱਚ ਸਰਾਭਾ ਤਾਂ ਡਾਕੇ ਵਾਲੇ ਘਰ ਅੰਦਰ ਵੜਿਆ ਹੀ ਨਹੀਂ ਸੀ, ਉਹ ਤਾਂ ਪਿੰਡ ਤੋਂ ਬਾਹਰ ਰੇਲਵੇ ਦੇ ਫਾਟਕਾਂ ਉੱਤੇ ਬੰਬ ਲੈ ਕੇ ਪਹਿਰਾ ਦੇ ਰਿਹਾ ਸੀ। ਸ਼ਹੀਦ ਭਗਤ ਸਿੰਘ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੇ ਇੱਕ ਲੇਖ ਵਿੱਚ ਇਹ ਘਟਨਾ ਉਸ ਦੇ ਨਾਲ ਜੋੜ ਦਿੱਤੀ, ਪਰ ਉਸ ਨੇ ਇਸ ਨੂੰ ਸਾਹਨੇਵਾਲ ਦੀ ਜਗ੍ਹਾ ਰੱਬੋਂ ਦੇ ਡਾਕੇ ਨਾਲ ਜੋੜ ਦਿੱਤਾ, ਜਦੋਂ ਕਿ ਤੱਥ ਇਹ ਕਹਿੰਦੇ ਹਨ ਕਿ 3 ਫਰਵਰੀ ਨੂੰ ਜਦੋਂ ਰੱਬੋਂ ਵਿੱਚ ਡਾਕਾ ਮਾਰਿਆ ਗਿਆ ਸੀ ਤਾਂ ਉਸ ਵਕਤ ਭਾਈ ਕਰਤਾਰ ਸਿੰਘ ਸਰਾਭਾ ਵਿਸ਼ਨੂੰ ਗਣੇਸ਼ ਪਿੰਗਲੇ ਅਤੇ ਸੁੱਚਾ ਸਿੰਘ ਦੇ ਨਾਲ ਮੇਰਠ ਦੀ ਛਾਉਣੀ ਵਿੱਚ 12 ਨੰਬਰ ਰਸਾਲੇ ਦੇ ਸਿਪਾਹੀਆਂ ਨੂੰ ਬਗਾਵਤ ਲਈ ਪ੍ਰੇਰਿਤ ਕਰ ਰਿਹਾ ਸੀ। ਇਸ ਕਰਕੇ ਉਸ ਦੇ ਰੱਬੋਂ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਨੰਬਰ 2, ਰੱਬੋਂ ਦੇ ਡਾਕੇ ਵਿੱਚ ਹੀ ਇੱਕ ਹੋਰ ਗੱਲ ਇਸ ਤਰ੍ਹਾਂ ਹੋਈ ਦੱਸੀ ਜਾਂਦੀ ਹੈ ਕਿ ਜਦੋਂ ਸ਼ਾਹੂਕਾਰਨੀ ਬੀਬੀ ਸਾਰਦੀ ਕੋਲੋਂ ਸਾਰਾ ਸੋਨਾ ਵਗੈਰਾ ਕਢਾ ਲਿਆ ਤਾਂ ਉਹ ਤਰਲੇ ਕੱਢਣ ਲੱਗ ਪਈ ਕਿ ਉਸ ਨੇ ਇਹ ਸੋਨਾ ਆਪਣੀ ਧੀ ਦੇ ਵਿਆਹ ਲਈ ਰੱਖਿਆ ਸੀ। ਇੱਥੇ ਫਿਰ ਭਾਈ ਚੂੜ ਸਿੰਘ ਦਾ ਦਿਲ ਪੰਗਰ ਗਿਆ ਅਤੇ ਉਸ ਨੇ ਉਸੇ ਵੇਲੇ ਲਗਭਗ ਅੱਧਾ ਸੋਨਾ ਮੁੜ ਸ਼ਾਹੂਕਾਰਨੀ ਦੀ ਝੋਲੀ ਵਿੱਚ ਪਾ ਦਿੱਤਾ ਸੀ। ਇਸ ਅਹਿਸਾਨ ਦੇ ਬਦਲੇ ਵਿੱਚ ਬੀਬੀ ਸਾਰਦੀ ਨੇ ਮੁਕੱਦਮੇ ਦੌਰਾਨ ਭਾਈ ਚੂੜ ਸਿੰਘ ਦਾ ਭਲਾ ਕਰਨ ਲਈ ਉਸ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਸ਼ਹੀਦ ਭਗਤ ਸਿੰਘ ਨੇ ਇਹ ਘਟਨਾ ਵੀ ਭਾਈ ਕਰਤਾਰ ਸਿੰਘ ਸਰਾਭਾ ਨਾਲ ਜੋੜ ਦਿੱਤੀ ਸੀ। ਉਂਝ ਇਹ ਸਭੇ ਗਲਤ ਬਿਆਨੀਆਂ ਕਿਸੇ ਗਿਣੀ ਮਿਥੀ ਸੋਚ ਜਾਂ ਯੋਜਨਾ ਦਾ ਨਤੀਜਾ ਨਹੀਂ ਕਹੀਆਂ ਜਾ ਸਕਦੀਆਂ। ਅਜਿਹਾ ਭਾਈ ਕਰਤਾਰ ਸਿੰਘ ਸਰਾਭਾ ਪ੍ਰਤੀ ਸਨੇਹ ਅਤੇ ਸ਼ਰਧਾ ਦੇ ਉਲਾਰ ਉਪਭਾਵਾਂ ਅਧੀਨ ਹੋਇਆ ਪ੍ਰਤੀਤ ਹੁੰਦਾ ਹੈ। ਇਨਕਲਾਬੀ ਲਹਿਰਾਂ ਦੇ ਨਾਇਕਾਂ ਦੇ ਬੁਲੰਦ ਇਖਲਾਕ ਨੂੰ ਦਰਸਾਉਣ ਵਾਲੀਆਂ ਅਜਿਹੀਆਂ ਦੰਦ ਕਥਾਵਾਂ ਪ੍ਰਚਲਿਤ ਹੋ ਜਾਣੀਆਂ ਬਹੁਤ ਸੁਭਾਵਿਕ ਕਰਮ ਹੈ। ਇਹ ਗੱਲ ਲੋਕਾਂ ਦੇ ਦਿਲਾਂ ਅੰਦਰ ਉਹਨਾਂ ਬਾਰੇ ਗੂੜ੍ਹੇ ਪਿਆਰ ਅਤੇ ਸ਼ਰਧਾ ਦੇ ਭਾਵਾਂ ਦੀ ਨਿਸ਼ਾਨੀ ਹੈ। ਨੰਬਰ 3, ਚੱਬੇ ਵਾਲੇ ਡਾਕੇ ਵਿੱਚ ਸ਼ਾਹੂਕਾਰ ਬੇਲੀ ਰਾਮ ਦੇ ਕਤਲ ਬਾਰੇ ਜੱਜਾਂ ਨੇ ਉਚੇਚਾ ਲਿਖਿਆ ਹੈ ਕਿ ਇਸ ਗੱਲ 'ਤੇ ਕਾਫੀ ਸਬੂਤ ਹਨ ਕਿ ਡਾਕਾ ਮਾਰਨ ਤੋਂ ਪਹਿਲਾਂ ਗਦਰੀਆਂ ਨੂੰ ਕਿਸੇ ਦਾ ਕਤਲ ਨਾ ਕਰਨ ਦੀ ਤਾੜਨਾ ਦਿੱਤੀ ਗਈ ਸੀ ਅਤੇ ਅਸਲੀ ਗਦਰੀਆਂ ਨੇ ਹੋਏ ਕਤਲ ਨੂੰ ਗਲਤ ਕਿਹਾ ਸੀ। ਨੰਬਰ 4, ਗਦਰੀ ਆਗੂ ਮਾਸਟਰ ਊਧਮ ਸਿੰਘ ਕਸੇਲ ਨੇ ਡਾਕਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਅਤੇ ਇਸ ਦੇ ਪਿੱਠੂਆਂ ਵੱਲੋਂ ਗਦਰੀਆਂ ਨੂੰ ਲੋਕਾਂ ਅੰਦਰ ਬਦਨਾਮ ਕਰਨ ਦੇ ਕੂੜ ਯਤਨਾਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਇਹ ਭਾਵਮਈ ਸ਼ਬਦ ਲਿਖੇ ਸਨ। ਦੇਸ਼ ਭਗਤ ਦਾ ਆਪਣੇ ਭਰਾਵਾਂ 'ਤੇ ਡਾਕਾ ਮਾਰਨਾ ਜਾਂ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਪਹੁੰਚਾਉਣਾ ਉਹਨਾਂ ਦੇ ਖਿਆਲਾਂ ਤੋਂ ਉੱਕਾ ਹੀ ਵਿਰੁੱਧ ਸੀ। ਉਹ ਤਾਂ ਆਪਣੇ ਭਰਾਵਾਂ ਨੂੰ ਫੁੱਲ ਦੀ ਸੱਟ ਵੀ ਮਾਰਨਾ ਨਹੀਂ ਸੀ ਚਾਹੁੰਦੇ। ਉਹਨਾਂ ਦਾ ਦੇਸ਼ ਪ੍ਰੇਮ ਅਤੇ ਕੌਮੀ ਤਹਿਜੀਬ ਇਸ ਬਿਆਨ ਤੋਂ ਸਪਸ਼ਟ ਪ੍ਰਗਟ ਹੈ ਜਿਹੜਾ ਪਿੰਡ ਚੱਬੇ, ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਕੰਨਿਆ ਨੇ ਅਦਾਲਤ ਵਿੱਚ ਦਿੱਤਾ ਹੈ। ਉਹ ਲੜਕੀ ਇਸ ਪ੍ਰਕਾਰ ਬਿਆਨ ਦਿੰਦੀ ਹੈ।
ਜਦ ਡਾਕੂ ਸਾਡੇ ਘਰ ਵਿੱਚ ਆਣ ਵੜੇ ਤਾਂ ਮੈਂ ਭੈ ਖਾ ਕੇ ਇੱਕ ਦੂਜੇ ਅੰਦਰ ਜਾ ਕੇ ਛੁਪ ਗਈ। ਮੈਨੂੰ ਉੱਥੇ ਜਾ ਕੇ ਫਿਰ ਡਾਕੂਆਂ ਨੇ ਘੇਰ ਲਿਆ ਅਤੇ ਕਿਹਾ ਕਿ ਰੁਪਇਆ ਦੱਸ। ਤਾਂ ਮੈਂ ਕਿਹਾ ਕਿ ਮੈਂ ਤਾਂ ਆਪਣੇ ਪਿਤਾ ਦੀ ਗਰੀਬ ਲੜਕੀ ਹਾਂ ਅਤੇ ਇਹ ਘਰ ਮੇਰੇ ਮਾਤਾ ਪਿਤਾ ਦਾ ਹੈ, ਇਸ ਲਈ ਮੈਨੂੰ ਉਹਨਾਂ ਦੇ ਰੱਖੇ ਰਖਾਏ ਦਾ ਕੀ ਪਤਾ ਹੋ ਸਕਦਾ ਹੈ। ਜਿਸ ਪਰ ਡਾਕੂਆਂ ਵਿੱਚੋਂ ਇੱਕ ਜਵਾਨ ਲੜਕੇ ਨੇ ਕਿਹਾ ਕਿ ਭੈਣ ਤੂੰ ਡਰ ਨਾ, ਅਸੀਂ ਡਾਕੂ ਨਹੀਂ ਹਾਂ, ਅਸੀਂ ਦੇਸ਼ ਭਗਤ ਹਾਂ ਔਰ ਆਪਣੇ ਦੇਸ਼ ਦੇ ਕੰਮ ਵਾਸਤੇ ਇਹ ਰੁਪਇਆ ਤੇਰੇ ਪਿਤਾ ਤੋਂ ਲੈਂਦੇ ਹਾਂ ਅਤੇ ਜਿਸ ਦਿਨ ਸਾਡਾ ਦੇਸ਼ ਸੁਤੰਤਰ ਹੋ ਜਾਏਗਾ ਅਸੀਂ ਤੇਰੇ ਪਿਤਾ ਨੂੰ ਇਸ ਤੋਂ ਦੂਣਾ ਰੁਪਇਆ ਮੋੜ ਦੇਵਾਂਗੇ ਅਤੇ ਤੂੰ ਸਾਡੀ ਭੈਣ ਹੈ। ਇਸ ਦੀ ਇਹ ਗੱਲ ਸੁਣ ਕੇ ਮੈਂ ਆਪਣੇ ਹੱਥ ਦੀ ਮੁੰਦਰੀ ਲਾ ਕੇ ਉਸ ਭਰਾ ਨੂੰ ਦੇ ਦਿੱਤੀ ਅਤੇ ਕਿਹਾ ਕਿ ਜੇਕਰ ਤੂੰ ਮੈਨੂੰ ਭੈਣ ਸਮਝਦਾ ਹੈ ਤਾਂ ਇਹ ਮੁੰਦਰੀ ਮੈਂ ਤੈਨੂੰ ਆਪਣੀ ਖੁਸ਼ੀ ਨਾਲ ਯਾਦਗਿਰੀ ਵਜੋਂ ਦਿੰਦੀ ਹਾਂ। ਇਸ ਨੌਜਵਾਨ ਦਾ ਨਾਂ ਅਰਜਨ ਸਿੰਘ ਸੀ ਔਰ ਇਹ ਮੁੰਦਰੀ ਉਸਦੇ ਪਾਸ ਅਖੀਰਲੇ ਦਮਾਂ ਤੱਕ ਰਹੀ ਅਤੇ ਸਦਾ ਹੀ ਉਹ ਇਹ ਮੁੰਦਰੀ ਨੂੰ ਵੇਖ ਕੇ ਆਪਣੇ ਸਾਥੀਆਂ ਨੂੰ ਕਿਹਾ ਕਰਦਾ ਸੀ, ਇਹ ਸਾਡੀ ਭੈਣ ਦੀ ਮੁੰਦਰੀ ਅਤੇ ਯਾਦਗਿਰੀ ਹੈ। ਇਹ ਸੂਰਮਾ ਲਾਹੌਰ ਵਿੱਚ ਪੁਲਿਸ ਅਫਸਰ ਨੂੰ ਮਾਰ ਕੇ ਫਾਂਸੀ ਹੋਇਆ ਸੀ। ਨੰਬਰ 5 ਭਾਈ ਕੇਹਰ ਸਿੰਘ ਨੂੰ ਸਾਹਨੇਵਾਲ ਦੇ ਡਾਕੇ ਵਿੱਚ ਸ਼ਾਹੂਕਾਰ ਖੁਸ਼ੀ ਰਾਮ ਦੇ ਅਣਚਾਹੇ ਤੌਰ ਤੇ ਹੋਏ ਕਤਲ ਦਾ ਬਾਅਦ ਵਿੱਚ ਇੰਨਾ ਜ਼ਿਆਦਾ ਦੁੱਖ ਅਤੇ ਅਫਸੋਸ ਹੋਇਆ ਸੀ ਕਿ ਉਹ ਹਜ਼ਾਰੀ ਬਾਗ ਦੀ ਜੇਲ੍ਹ ਵਿੱਚ ਅਤੀ ਦਰਜੇ ਦੀ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਗਿਆ ਸੀ। ਇਹ ਗੁਨਾਹ ਉਸਦੇ ਦਿਲ ਉੱਤੇ ਪੱਥਰ ਬਣ ਕੇ ਬਹਿ ਗਿਆ ਸੀ। ਉਹ ਲੰਮਾ ਚਿਰ ਹਸਪਤਾਲ ਵਿੱਚ ਰਿਹਾ ਅਤੇ ਸੁੱਕ ਕੇ ਪਿੰਜਰ ਬਣ ਗਿਆ ਸੀ। ਉਸ ਨੂੰ ਇੱਕ ਪਾਸੇ ਹੰਜੀਰਾਂ ਦੀ ਨਾਮਰਾਦ ਜਿਸਮਾਨੀ ਮਰਜ਼ ਚਿੰਬੜ ਗਈ ਸੀ ਅਤੇ ਦੂਜਾ ਸ਼ਾਹੂਕਾਰ ਦੇ ਕੀਤੇ ਕਤਲ ਦੇ ਮਾਨਸਿਕ ਬੋਝ ਹੇਠ ਉਹ ਮਾਨਸਿਕ ਰੋਗੀ ਹੋ ਗਿਆ ਸੀ। ਅਜਿਹੀ ਕਰੁਣਾਮਈ ਮਾਨਸਿਕ ਦਸ਼ਾ ਵਿੱਚ ਉਸਨੇ ਜੇਲ੍ਹ ਦੇ ਸੁਪਰੀਡੈਂਟ ਅੱਗੇ ਵਾਸਤਾ ਪਾਇਆ ਕਿ ਉਹ ਉਸ ਦੇ ਮਰਨ ਤੋਂ ਪਹਿਲਾਂ ਉਸ ਨੂੰ ਇੱਕ ਵਾਰੀ ਭਾਈ ਰਣਧੀਰ ਸਿੰਘ ਨਾਲ ਜ਼ਰੂਰ ਮਿਲਾ ਦੇਵੇ, ਜਿਸ ਨਾਲ ਉਸ ਦੀ ਜਾਨ ਸੌਖੀ ਨਿਕਲ ਜਾਵੇਗੀ। ਸੁਪਰੀਡੈਂਟ ਨੇ ਉਸ ਉੱਤੇ ਤਰਸ ਖਾ ਕੇ ਇੱਕ ਰਾਤ ਨੂੰ ਭਾਈ ਰਣਧੀਰ ਸਿੰਘ ਨੂੰ ਚੋਰੀ ਉਸ ਦੀ ਬੈਰਕ ਵਿੱਚੋਂ ਕੱਢ ਕੇ ਹਸਪਤਾਲ ਵਿੱਚ ਭਾਈ ਕੇਹਰ ਸਿੰਘ ਨਾਲ ਮਿਲਾ ਦਿੱਤਾ ਸੀ। ਭਾਈ ਕੇਹਰ ਸਿੰਘ ਨੇ ਰੋਂਦਿਆਂ ਹੋਇਆਂ ਭਾਈ ਸਾਹਿਬ ਨੂੰ ਕਿਹਾ, ਮੈਂ ਆਪਣੇ ਕਮਾਤੇ ਸਾਰੇ ਭਿਆਨਕ ਪਾਪ ਆਪ ਦੇ ਪਾਸ ਦੱਸ ਕੇ ਆਪਣੀ ਹਿੱਕ ਹੌਲੀ ਕਰਨਾ ਚਾਹੁੰਦਾ ਹਾਂ। ਉਸ ਨੇ ਭਾਈ ਸਾਹਿਬ ਅੱਗੇ ਸ਼ਾਹੂਕਾਰ ਦੇ ਕੀਤੇ ਕਤਲ ਦੀ ਵਿਥਿਆ ਇੰਨ ਬਿੰਨ ਬਿਆਨ ਕਰਦਿਆਂ ਬਿਲਬਿਲਾ ਕੇ ਕਿਹਾ, ਉਹਨਾਂ ਪਾਪਾਂ ਵਿੱਚੋਂ ਸਭ ਤੋਂ ਵੱਡਾ ਪਾਪ ਇਹ ਮੈਥੋਂ ਹੋਇਆ ਜੋ ਸਾਰੇ ਦੁੱਖਾਂ ਦਾ ਮੂਲ ਹੈ। ਗਦਰ ਪਾਰਟੀ ਵੱਲੋਂ ਡਾਕੇ ਮਾਰਨ ਦੇ ਗਲਤ ਰਾਹੇ ਪੈ ਜਾਣ ਦਾ ਉਸ ਨੂੰ ਪੁੱਜ ਕੇ ਦੁੱਖ ਅਤੇ ਪਛਤਾਵਾ ਹੋ ਰਿਹਾ ਸੀ। ਉਸ ਦੀਆਂ ਗੱਲਾਂ ਗਹਿਰ ਗੰਭੀਰ ਹੋ ਕੇ ਸੁਣ ਰਹੇ ਭਾਈ ਰਣਧੀਰ ਸਿੰਘ ਜੀ ਨੂੰ ਉਸ ਨੇ ਬੜੇ ਤਸਲੀਮ ਕੁੰਨ ਲਹਿਜੇ ਵਿੱਚ ਇਹ ਲਫ਼ਜ਼ ਕਹੇ ਸਨ, ਮੈਂ ਇੱਥੇ ਆਪ ਨੂੰ ਇੱਕ ਗੱਲ ਪ੍ਰਗਟ ਕੀਤੇ ਬਿਨਾਂ ਨਹੀਂ ਰਹਿ ਸਕਦਾ ਕਿ ਸਾਡਾ ਕਾਜ ਕਿਉਂ ਫੇਲ ਹੋਇਆ। ਬੜਾ ਉਪਕਾਰ ਭਰਿਆ ਪਵਿੱਤਰ ਕਾਜ ਸੀ। ਇਸ ਨੇ ਕਦੇ ਫੇਲ ਨਹੀਂ ਸੀ ਹੋਣਾ। ਫੇਲ ਸਿਰਫ ਇਸ ਕਰਕੇ ਹੋਇਆ ਕਿ ਮੇਰੇ ਵਰਗੇ ਪਾਪੀ ਪੁਰਸ਼, ਮੈਂ ਇੱਕ ਨਹੀਂ ਹੋਰ ਵੀ ਕਈ ਹੋਣਗੇ, ਇਸ ਮੂਵਮੈਂਟ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਇਹੋ ਜਿਹੇ ਉਪਦਰਵ ਪੋਲੀਟੀਕਲ ਡਾਕਿਆਂ ਵਿੱਚ ਇੱਕੜ ਦੁੱਕੜ ਨਹੀਂ ਕਈ ਹੋ ਗਏ ਹੋਣਗੇ। ਇਸ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਕੋਲ ਆਪਣਾ ਦਿਲ ਹੌਲਾ ਕਰਕੇ ਉਹ ਸ਼ਾਂਤ ਚਿੱਤ ਹੋ ਗਿਆ ਸੀ। ਸੁਪਰੀਡੈਂਟ ਨੇ ਅਗਲੇ ਦਿਨ ਉਸ ਦੀ ਹਾਲਤ ਦੇਖ ਕੇ ਉਸ ਨਾਲ ਸਾਰੇ ਸਿੱਖ ਕੈਦੀਆਂ ਦੀ ਹੀ ਮੁਲਾਕਾਤ ਕਰਾ ਦਿੱਤੀ ਸੀ। ਭਾਈ ਸਾਹਿਬ ਨੇ ਲਿਖਿਆ ਹੈ ਕਿ ਇਸ ਤੋਂ ਅਗਲੇ ਦਿਨ ਕੇਹਰ ਸਿੰਘ ਅਕਾਲ ਚਲਾਣਾ ਕਰ ਗਿਆ। ਅਸੀਂ ਸਾਰਿਆਂ ਨੇ ਉਸ ਦੇ ਚਲਾਣੇ ਨਮਿਤ ਅੰਦਰ ਬੈਠਿਆਂ ਨੇ ਅਰਦਾਸ ਕੀਤੀ। ਇਸ ਤੋਂ ਪਤਾ ਚੱਲਦਾ ਹੈ ਕਿ ਗਦਰੀ ਸੰਗਰਾਮੀਏ ਕਿੰਨੇ ਮਾਨਵ ਦਰਦੀ ਅਤੇ ਕੋਮਲ ਚਿੱਤ ਇਨਸਾਨ ਸਨ। ਨੰਬਰ 6 ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਚੱਬੇ ਦੇ ਡਾਕੇ ਵਿੱਚ ਮਾਰੇ ਗਏ ਸ਼ਾਹੂਕਾਰ ਦੀ ਵਿਧਵਾ ਇਸਤਰੀ, ਲੜਕੀ ਅਤੇ ਬੱਚੇ ਜਦੋਂ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਹੋਏ ਤਾਂ ਉਹਨਾਂ ਨੂੰ ਦੇਖ ਕੇ ਮੇਰਾ ਲੂੰ ਕੰਬ ਗਿਆ। ਮੈਨੂੰ ਹੀ ਨਹੀਂ ਸਗੋਂ ਕਈ ਹੋਰਨਾਂ ਨੂੰ ਵੀ ਦੁੱਖ ਹੋਇਆ ਸੀ। ਮੈਂ ਗੁੱਸੇ ਨਾਲ ਵਿਆਕੁਲ ਹੋ ਕੇ ਕਰਤਾਰ ਸਿੰਘ ਨੂੰ ਪੁੱਛਿਆ ਕਿ ਇਹ ਡਾਕੇ ਮਾਰਨ ਦਾ ਉਦੇਸ਼ ਤੁਸਾਂ ਲੋਕਾਂ ਨੂੰ ਕਿਸ ਨੇ ਦੱਸਿਆ ਸੀ ਕਿ ਆਪਣੀਆਂ ਹੀ ਮਾਵਾਂ ਭੈਣਾਂ ਪਰ ਡਾਕੇ ਮਾਰਨ ਦਾ ਨਾਮ ਦੇਸ਼ ਭਗਤੀ ਹੈ। ਕਰਤਾਰ ਸਿੰਘ ਦਾ ਦਿਲ ਵੀ ਇਸ ਦਰਦ ਭਰੇ ਨਜ਼ਾਰੇ ਨੂੰ ਵੇਖ ਕੇ ਦੁੱਖ ਨਾਲ ਭਰ ਗਿਆ।
ਉਸਨੇ ਅੱਖਾਂ ਭਰ ਕੇ ਉੱਤਰ ਦਿੱਤਾ, ਕੀ ਪਏ ਕਰਦੇ ਹੋ? ਦੇਸ਼ ਦੇ ਨਾਮ ਪਰ ਤਾਂ ਕੋਈ ਇੱਕ ਫੁੱਟੀ ਕੌੜੀ ਵੀ ਦੇਣ ਨੂੰ ਤਿਆਰ ਨਹੀਂ ਸੀ, ਪਰ ਅੰਗਰੇਜ਼ਾਂ ਦੀ ਸਹਾਇਤਾ ਲਈ ਥੈਲੀਆਂ ਖਾਲੀ ਕਰ ਦਿੰਦੇ ਨੇ। ਆਖਿਰ ਮਜਬੂਰ ਹੋ ਕੇ ਸਾਨੂੰ ਵੀ ਬੰਗਾਲ ਆਦਿਕ ਪਾਰਟੀਆਂ ਦੀ ਰੀਸ ਕਰਨੀ ਪਈ। ਇਹ ਜਵਾਬ ਸੁਣ ਕੇ ਉਹਨਾਂ ਹਿੰਦੁਸਤਾਨੀਆਂ ਦੀ ਕਮ ਅਕਲੀ ਪਰ ਅਫਸੋਸ ਹੋਇਆ ਜੋ ਅੰਗਰੇਜ਼ਾਂ ਉੱਤੇ ਤਾਂ ਸਰਬੰਸ ਵਾਰ ਦੇਣ ਲਈ ਤਿਆਰ ਬੈਠੇ ਨੇ, ਪਰ ਦੇਸ਼ ਭਗਤਾਂ ਦੀ ਸਹਾਇਤਾ ਵਾਸਤੇ ਇੱਕ ਕਾਣੀ ਕੌਡੀ ਵੀ ਦੇਣਾ ਨਹੀਂ ਜਾਣਦੇ। ਉਹਨਾਂ ਲੋਕਾਂ ਦੇ ਹੀ ਲੰਮੀ ਨਾ ਸੋਚਣ ਦਾ ਇਹ ਨਤੀਜਾ ਸੀ, ਜਿਸ ਦੀ ਆੜ ਵਿੱਚ ਨਵਾਬ ਖਾਂ ਨੇ ਦੇਸ਼ ਭਗਤਾਂ ਨੂੰ ਪੁੱਠੇ ਰਾਸਤੇ ਪਾਵਣ ਦਾ ਮੌਕਾ ਲੱਭ ਲਿਆ ਸੀ। ਨਹੀਂ ਤਾਂ ਕਿੱਥੇ ਕਰਤਾਰ ਸਿੰਘ ਅਤੇ ਕਿੱਥੇ ਆਪਣੇ ਦੇਸ਼ ਭਾਈਆਂ ਉੱਤੇ ਡਾਕੇ। ਨੋਟ: ਜਿਹੜੇ ਲੇਖਕਾਂ ਅਤੇ ਜੀਵਨਕਾਰਾਂ ਨੇ ਡਾਕੇ ਮਾਰਨ ਬਾਰੇ ਭਾਈ ਕਰਤਾਰ ਸਿੰਘ ਸਰਾਭਾ ਦੀ ਸਮਝ ਦੀ ਅੰਨ੍ਹੇਵਾਹ ਹਿਮਾਇਤ ਅਤੇ ਪ੍ਰੋੜਤਾ ਕੀਤੀ ਹੈ, ਉਹਨਾਂ ਨੂੰ ਬਾਬਾ ਸੋਹਣ ਸਿੰਘ ਭਕਨਾ ਅਤੇ ਭਾਈ ਕਰਤਾਰ ਸਿੰਘ ਸਰਾਭਾ ਦਾ ਉਪਰੋਕਤ ਵਾਰਤਾਲਾਪ ਡੂੰਘਾ ਧਿਆਨ ਲਾ ਕੇ ਪੜ੍ਹਨਾ ਚਾਹੀਦਾ ਹੈ। ਇਸ ਤੋਂ ਉਹਨਾਂ ਨੂੰ ਪਤਾ ਚੱਲੇਗਾ ਕਿ ਉਚੇਚੇ ਆਦਰਸ਼ਾਂ ਨੂੰ ਦਿਲੋਂ ਪਰਨਾਏ ਵਿਅਕਤੀਆਂ ਦੇ ਹਿਰਦੇ ਕਿੰਨੇ ਸ਼ੁੱਧ, ਸੁੱਚੇ ਅਤੇ ਕੋਮਲ ਹੁੰਦੇ ਹਨ, ਅਤੇ ਉਹਨਾਂ ਨੂੰ ਬਾਅਦ ਵਿੱਚ ਜਾ ਕੇ ਆਪਣੀਆਂ ਗਲਤੀਆਂ ਦਾ ਕਿੰਨਾ ਅਫਸੋਸ ਹੁੰਦਾ ਹੈ, ਅਤੇ ਇਸ ਵਜ੍ਹਾ ਕਰਕੇ ਉਹਨਾਂ ਨੂੰ ਗੁਨਾਹ ਅਤੇ ਪਛਤਾਵੇ ਦੀ ਕਿੰਨੀ ਮਾਨਸਿਕ ਪੀੜ ਸਹਿਣੀ ਪੈਂਦੀ ਹੈ। ਇਸ ਕਰਕੇ ਇਨਕਲਾਬੀ ਵਿਅਕਤੀਆਂ ਅਤੇ ਲਹਿਰਾਂ ਬਾਰੇ ਲਿਖਣ ਵੇਲੇ ਪੂਰੀ ਸੰਜੀਦਗੀ ਅਤੇ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ। ਇਸ ਨੂੰ ਸ਼ੁਗਲ ਨਹੀਂ ਸਮਝਣਾ ਚਾਹੀਦਾ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 270 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।